सत श्री अकाल जी सारिਆਂ ਨੂੰ ਵੈਲਕਮ ਬੈਕ ਟੂ ਚੇਤਨ ਭਾਰਤ ਲਰਨਿੰਗ। ਮੈਂ ਸ਼ਮੀਤ ਸਿੰਘ ਤੇ ਤੁਸੀਂ ਮੇਰੇ ਨਾਲ ਕਵਰ ਕਰ ਰਹੇ ਹੋ ਮਾਡਰਨ ਇੰਡੀਅਨ ਹਿਸਟਰੀ ਸਪੈਸੀਫਿਕਲੀ ਫॉर ਪੰਜਾਬ ਐਗਜ਼ਾਮਸ। ਜੇ ਆਪਾਂ ਗੱਲ ਕਰੀਏ ਆਪਣੇ ਲੈਕਚਰ ਸੀਰੀਜ਼ ਦੀ ਤਾਂ ਆਪਾਂ ਲਾਸਟ ਲੈਕਚਰ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਬ੍ਰਿਟਿਸ਼ ਕਨਕੁਐਸਟ ਆਫ ਇੰਡੀਆ। ਕੁਝ ਇੰਪੋਰਟੈਂਟ ਬੈਟਲ ਸੀਗੇ ਜਿਹੜੇ ਆਪਾਂ ਲਾਸਟ ਲੈਕਚਰ ਦੇ ਵਿੱਚ ਡਿਸਕਸ ਕੀਤੇ ਸੀ। ਜੇ ਆਪਾਂ ਗੱਲ ਕਰੀਏ ਆਪਾਂ ਕੱਲ ਲਾਸਟ ਦੇ ਲੈਕਚਰ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਅਬਾਊਟ ਦੀ ਬੈਟਲ ਆਫ ਪਲਾਸੀ, ਆਪਾਂ ਗੱਲ ਕਰ ਚੁੱਕੇ ਹਾਂ ਬੈਟਲ ਆਫ ਬਿਦਰਾ ਦੀ, ਤੇ ਆਪਾਂ ਗੱਲ ਕਰ ਚੁੱਕੇ ਹਾਂ ਬੈਟਲ ਆਫ ਵੰਡੀਵਾਸ਼, ਤੇ ਲਾਸਟ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਅਬਾਊਟ ਬੈਟਲ ਆਫ ਬਕਸਰ। ਚਾਰ ਬੈਟਲਸ ਨੂੰ ਆਪਾਂ ਥੋੜਾ ਡੀਪਲੀ ਲਾਸਟ ਲੈਕਚਰ ਦੇ ਵਿੱਚ ਡਿਸਕਸ ਕਰ ਚੁੱਕੇ ਸੀ ਤੇ ਆਪਾਂ ਲਾਸਟ ਲੈਕਚਰ ਦੇ ਵਿੱਚ ਇਹ ਕਨਕਲੂਡ ਕੀਤਾ ਸੀ ਕਿ ਜਿਹੜੇ ਬ੍ਰਿਟਿਸ਼ਰਸ ਨੇ ਉਹਨਾਂ ਨੇ ਬੈਟਲ ਆਫ ਬਕਸਰ ਤੋਂ ਬਾਅਦ ਬੰਗਾਲ ਵਾਲਾ ਜਿਹੜਾ ਏਰੀਆ ਸੀ ਉਹ ਕੀ ਕਰ ਲਿਆ ਸੀ, ਕਨਕੁਐਸਟ ਕਰ ਲਿਆ ਸੀ। ਤੇ ਆਪਾਂ ਕੱਲ ਦੇ ਲੈਕਚਰ ਦੇ ਵਿੱਚ ਹੀ ਡਿਸਕਸ ਕੀਤਾ ਸੀ ਕਿ ਸਭ ਤੋਂ ਪਹਿਲਾਂ ਜਿਹੜਾ ਬ੍ਰਿਟਿਸ਼ਰ ਨੇ ਉਹ ਕਨਕੁਐਸਟ ਕਰਨਗੇ ਬੰਗਾਲ ਦਾ, ਉਸ ਤੋਂ ਬਾਅਦ ਕਨਕੁਐਸਟ ਕਰਨਗੇ ਡੈਕਨ ਦਾ, ਤੇ ਉਸ ਤੋਂ ਬਾਅਦ ਉਹ ਕਨਕੁਐਸਟ ਕਰਨਗੇ ਸਿੰਧ ਤੇ ਪੰਜਾਬ ਵਾਲਾ ਰੀਜਨ। ਠੀਕ ਹੈ ਜੀ। ਅੱਜ ਦੇ ਲੈਕਚਰ ਵਿੱਚ ਆਪਾਂ ਦੇਖਾਂਗੇ ਕਿ ਬ੍ਰਿਟਿਸ਼ਰ ਜਿਹੜੇ ਨੇ ਕਿਵੇਂ ਡੈਕਨ ਨੂੰ ਕਨਕੁਐਸਟ ਕਰਨਗੇ। ਤੇ ਜੇ ਡੈਕਨ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਯਾਦ ਹੋਣੀ ਚਾਹੀਦੀ ਹੈ, ਮੈਪ ਪਤਾ ਹੋਣਾ ਚਾਹੀਦਾ ਹੈ। ਡੈਕਨ ਦੇ ਵਿੱਚ ਕਿਹੜੀ ਪਾਵਰਸ ਨੇ ਇਹਨਾਂ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ। ਚਲੋ ਜੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਕੱਲ ਦੇ ਲੈਕਚਰ 'ਚ ਆਪਾਂ ਡਿਸਕਸ ਕੀਤਾ ਸੀ ਕਿ ਬੰਗਾਲ ਨੂੰ ਬੈਟਲ ਆਫ ਬਕਸਰ ਦੇ ਵਿੱਚ ਹਾਰ ਗਿਆ ਸੀ, ਨਵਾਬ ਆਫ ਅਵਧ ਉਹ ਵੀ ਹਰਾ ਦਿੱਤੇ ਗਏ ਸੀ, ਮੁਗਲਸ ਨੇ ਉਹ ਵੀ ਹਰਾ ਦਿੱਤੇ ਗਏ ਸੀ। ਤਾਂ ਕਿਤੇ ਨਾ ਕਿਤੇ ਬ੍ਰਿਟਿਸ਼ਰਸ ਜਿਹੜੇ ਨੇ ਉਹਨਾਂ ਨੇ ਆਪਣਾ ਜਿਹੜਾ ਸਟਰੋਂਗ ਹੋਲਡ ਸੀਗਾ ਬੰਗਾਲ ਦੇ ਵਿੱਚ ਸ਼ੁਰੂ ਕਰ ਦਿੱਤਾ ਸੀ। ਕਾਫੀ ਜ਼ਿਆਦਾ ਏਰੀਆ ਜਿਹੜਾ ਹੈਗਾ ਬੰਗਾਲ ਦਾ ਹੁਣ ਬ੍ਰਿਟਿਸ਼ਰਸ ਦੇ ਅੰਡਰ ਆ ਗਿਆ। ਟੋਟਲ ਜਿੰਨੀ ਵੀ ਵੈਲਥ ਹੈਗੀ ਹੈ ਬ੍ਰਿਟਿਸ਼ਰਸ ਕੋਲ ਬੰਗਾਲ ਦੀ ਆਣੀ ਸ਼ੁਰੂ ਹੋ ਗਈ ਹੈ। ਇਹੀ ਵੈਲਥ ਦੇ ਨਾਲ ਇਹੀ ਪੈਸੇ ਦੇ ਨਾਲ ਹੁਣ ਬ੍ਰਿਟਿਸ਼ਰ ਜਿਹੜੇ ਨੇ ਅੱਗੇ ਦਾ ਆਪਣਾ ਕਨਕੁਐਸਟ ਅੱਗੇ ਅਲੱਗ-ਅਲੱਗ ਜਿਹੜੇ ਨੇ ਇੰਡੀਆ ਦੀ ਕਿੰਗਡਮਸ ਨੇ ਉਹਨਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰਨਗੇ। ਠੀਕ ਹੈ ਜੀ। ਤੇ ਗੱਲ ਕਰੀਏ ਆਪਾਂ ਅੱਜ ਦਾ ਗੱਲ ਡਿਸਕਸ ਕਰਾਂਗੇ ਤਾਂ ਆਪਾਂ ਦੇਖਾਂਗੇ ਆਹ ਵਾਲਾ ਏਰੀਆ ਡੈਕਨ ਦਾ ਏਰੀਆ ਬ੍ਰਿਟਿਸ਼ਰਸ ਨੇ ਕਿਵੇਂ ਕਨਕੁਐਸਟ ਕੀਤਾ। ਡੈਕਨ ਦੇ ਏਰੀਆ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਕੁਝ ਪਾਵਰਸ ਦੇਖਣ ਨੂੰ ਮਿਲਣਗੀਆਂ। ਦੇਖੋ ਜੀ, ਸਭ ਤੋਂ ਪਹਿਲਾਂ ਜਿਵੇਂ ਕਿ ਆਹ ਏਰੀਆ ਹੈਗਾ ਕਿਹਨਾਂ ਕੋਲ, ਨਿਜ਼ਾਮ ਆਫ ਹੈਦਰਾਬਾਦ ਦੇ ਕੋਲ। ਠੀਕ ਹੈ ਜੀ। ਹੈਦਰਾਬਾਦ ਤੋਂ ਬਾਅਦ ਮੋਸਟ ਪਾਵਰਫੁਲ ਤੇ ਮੋਸਟ ਇੰਪੋਰਟੈਂਟ ਜਿਹੜਾ ਆਪਾਂ ਦੇਖਾਂਗੇ ਕਿੰਗਡਮ ਹੈਗਾ ਨੀਚੇ, ਮੈਸੂਰ ਕਿੰਗਡਮ। ਠੀਕ ਹੈ ਜੀ। ਮੈਸੂਰ ਤੋਂ ਉੱਪਰ ਦੀ ਗੱਲ ਕਰਾਂਗੇ ਤਾਂ ਇੱਥੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਮਰਾਠਾਸ। ਮਰਾਠਾਸ ਤੇ ਮੈਸੂਰ ਤੋਂ ਥੋੜਾ ਜਿਹਾ ਨੀਚੇ ਦੇਖੋਗੇ ਕੇਰਲਾ ਦੀ ਬਿਲਕੁਲ ਨੀਚੇ ਟਿਪ ਤੇ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ ਟ੍ਰੈਵਨਕੋਰ ਵਾਲਾ ਏਰੀਆ। ਠੀਕ ਹੈ ਜੀ। ਤਾਂ ਟ੍ਰੈਵਨਕੋਰ ਹੈ, ਮੈਸੂਰ ਹੈ, हैदराबाद है, तो साइड ते अपने ने कर्नाटक। तो कर्नाटक वाली साइड से जो आप बिल्कुल राइट कोस्ट की आप गल करेंगे, अपने ईस्ट कोस्ट की गल करेंगे तो आप देखेंगे कि ब्रिटिशर कोल एक उत्थे सैटलमेंट भी है किहड़ी जगह ते, मद्रास विच, जिन्हें उन्होंने की बनाया एक फोर्ट भी बनाया सीगा, तुहानूं सारिआं नूं याद होएगा फोर्ट सेंट जॉर्ज। सब तो पहली क्लास आप डिस्कस किया सी दो ही फोर्ट्स ने ब्रिटिशर के इंपॉर्टेंट, एक फोर्ट विलियम्स तो एक फोर्ट सेंट जॉर्ज। ठीक है जी। ये पहला बनाया जाएगा, फोर्ट विलियम्स बाद च बनाया जाएगा। क्लीयर। ਹੁਣ ਬੰਗਾਲ ਨੂੰ ਕਨਕੁਐਸਟ ਕਰਨ ਤੋਂ ਬਾਅਦ ਬ੍ਰਿਟਿਸ਼ਰ ਕਿਤੇ ਨਾ ਕਿਤੇ ਕੀ ਕਰਨਗੇ, ਡੈਕਨ ਦੇ ਵਿੱਚ ਆਪਣੀ ਆਪਾਂ ਕਹਿ ਸਕਦੇ ਹਾਂ ਕਿ ਲੜਾਈਆਂ ਸ਼ੁਰੂ ਕਰਨਗੇ। ਤਾਂ ਆਪਾਂ ਅੱਜ ਦੇ ਲੈਕਚਰ ਦੀ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਐਂਗਲੋ ਮੈਸੂਰ ਵਾਰਸ। ਠੀਕ ਹੈ ਜੀ। ਜੇ ਗੱਲ ਕਰਾਂਗੇ ਐਂਗਲੋ ਮੈਸੂਰ ਵਾਰਸ ਦੀ ਤਾਂ ਆਪਾਂ ਟੋਟਲ 4 ਐਂਗਲੋ ਮੈਸੂਰ ਵਾਰ ਪੜਾਂਗੇ। ਤੇ ਪਹਿਲਾਂ ਆਪਾਂ ਲੋਕੇਸ਼ਨ ਦੇਖ ਲੈਂਦੇ ਹਾਂ ਮੈਸੂਰ ਦੀ। ਤਾਂ ਲੋਕੇਸ਼ਨ ਦੇ ਮੈਸੂਰ ਦੀ ਆ ਰੀਜਨ ਲੋਕੇਸ਼ਨ ਮੈਸੂਰ ਸਟੇਟ ਦੀ। मैसूर एज ए इंडिपेंडेंट स्टेट कई बार क्वेश्चन आ जाता है कि मैसूर जी इंडिपेंडेंट स्टेट है ये किहड़ी डायनेस्टी इत्थे रूल करती सी। तो याद रखियो जी मैसूर दे विच जे गल करांगे तो आंसर इहदा बनदा वोडियार डायनेस्टी। ठीक है जी। वोडियार डायनेस्टी रूल करती सी कित्थे जे गल करिए मैसूर दे विच। पर ਜਿਹੜੇ ਆਪਾਂ ਨਾਮ ਯਾਦ ਰੱਖਣੇ ਨੇ, ਦੋ ਇੰਪੋਰਟੈਂਟ ਨਾਮ ਨੇ ਯਾਦ ਰੱਖਣੇ ਨੇ ਜਿਹੜੇ ਮੈਸੂਰ ਦੇ ਨਾਲ ਰਿਲੇਟਡ ਨੇ। ਆਪਾਂ ਦੇਖਦੇ ਹਾਂ ਕਿ ਆਪਣੇ ਵੈਰੀ ਇੰਪੋਰਟੈਂਟ ਨਾਮ ਨੇ ਹਿਸਟਰੀ ਦੇ ਵਿੱਚ ਕਈ ਵਾਰ ਪੁੱਛੇ ਵੀ ਜਾਂਦੇ ਨੇ, हैदर अली ਤੇ ਦੂਜਾ ਨਾਮ ਯਾਦ ਰੱਖਣਾ ਆਪਾਂ ਟੀਪੂ ਸੁਲਤਾਨ। ठीक है जी। एक नाम याद रखियो तुसी हैदर अली ते दूजा नाम याद रखना तुसी टीपू सुल्तान। हुण टीपू सुल्तान ते हैदर अली जिहड़े ने वोडियार डायनेस्टी दे नहीं हैगे। वोडियार डायनेस्टी रूल कर रही है मैसूर दे विच ते हैदर अली जिहड़े ने वो की सीगे आपां कह सकदे कि उन्हां दे आर्मी कमांडर सी। ठीक है जी। हुण इत्थे जे तुसी साउथ दी देखोगे ध्यान नाल तां इत्थे मराठास भी एक्सपेंड कर रहे ने। थर्ड बैटल ऑफ पानीपत तो बाद मराठास काफ़ी ज़्यादा की ने कमज़ोर होए ने, वो भी चाहते हैं कि अपना बैटल जिहड़ा हैगा अपना जिहड़ा एरिया उन्होंने एक्सटेंड किया जाए। दूजी साइड देखेंगे हैदराबाद है वो भी एक्सटेंड कर रहा है, मैसूर जिहड़ा वो भी एक्सटेंड कर रहा है। तो जो इन्नियां लड़ाइयां हो रही ने तो किते ना किते जिहड़ा आर्मी जनरल हुंदा है ਉਹਦੀ ਪਾਵਰ ਕੀ ਹੋ ਜਾਂਦੀ ਹੈ, ਕਾਫੀ ਜ਼ਿਆਦਾ ਹੋ ਜਾਂਦੀ ਹੈ। ਇਹੀ ਆਪਾਂ ਨੂੰ ਦੇਖਣ ਨੂੰ ਮਿਲੇਗਾ ਕਿ ਮੈਸੂਰ ਦੇ ਵਿੱਚ ਰੂਲ ਤਾਂ ਵੋਡੀਆਰ ਡਾਇਨੈਸਟੀ ਦਾ ਹੋਏਗਾ, ਪਰ ਜਿਹੜੀ ਐਕਚੁਅਲ ਪਾਵਰ ਹੋਏਗੀ ਉਹ ਕਿਹਦੇ ਹੱਥ 'ਚ ਹੋਏਗੀ, ਹੈਦਰ ਅਲੀ ਦੇ ਹੱਥ 'ਚ ਹੋਏਗੀ। ਹੈਦਰ ਅਲੀ ਦੀ ਡੈਥ ਤੋਂ ਬਾਅਦ ਉਹਨਾਂ ਦੇ ਬੇਟੇ ਹੋਣਗੇ ਟੀਪੂ ਸੁਲਤਾਨ, ਤੇ ਟੀਪੂ ਸੁਲਤਾਨ ਦੇ ਹੱਥ 'ਚ ਹੋਏਗੀ ਐਕਚੁਅਲ ਪਾਵਰ। पर रूल उत्थे किहड़ी डायनेस्टी कर रही है तो आंसर बनता है हमेशा वोडियार डायनेस्टी। तो वोडियार डायनेस्टी के टिपू सुल्तान ते हैदर अली नहीं सी। क्लीयर। शुरू करते जी अपने एंगलो मैसूर वार्स। टोटल आप देखेंगे कि 4 एंगलो मैसूर वार्स होणगियां। ठीक है जी। पिछे तुसीं फोटो देख सकते हो, हैदर अली ने ते ये ने टिपू सुल्तान। क्लीयर। शुरू करते हैं जी एंगलो मैसूर वार।
तो सब तो पहली गल कि ब्रिटिशर्स नूं मैसूर वाला एरिया क्यों चाहिए सी, ब्रिटिशर्स ਲਈ इंपॉर्टेंट की सी। तो सब तो पहले अपने माइंड ਵਿੱਚ ਇਹ ਹੋਣਾ ਚਾਹੀਦਾ कि ब्रिटिशर्स इंडिया आए क्यों सी। ब्रिटिशर इंडिया सिर्फ तो सिर्फ पैसा कमान लिए आए ने, ट्रेड करने लिए आए ने, इंडिया ਨੂੰ लुੱਟਣ ਲਈ ਆਏ ਨੇ। ठीक है जी, ਜਿਹੜੇ अंग्रेज ने ये सिर्फ ਆਪਾਂ ਨੂੰ लुੱਟਣ ਲਈ ਆਏ। ਹੁਣ ਜੇ ਤੁਸੀਂ ट्रेड करना है तो ट्रेड करने ਲਈ ਤੁਸੀਂ वापस जाके देखोगे ना तो मैसूर ਜਿਹੜਾ ਹੈਗਾ काफ़ी ज़्यादा इंपॉर्टेंट जगह बन जाती है जोग्राफिकली भी। इतों जी जे ਤੁਸੀਂ ट्रेड जे कंट्रोल करना है तो मैसूर ਤੁਹਾਡੇ ਕੋਲ ਹੋਣਾ ਹੀ ਚਾਹੀਦਾ। ਜੇ मैसूर ब्रिटिशर्स ਦੇ अगेंस्ट हो गया ਜਾਂ मैसूर ਡੈਕਨ ਦੇ ਵਿੱਚ ज़्यादा ਪਾਵਰਫੁਲ ਹੋ ਗਿਆ ਤਾਂ ਬ੍ਰਿਟਿਸ਼ਰਸ ਦਾ ਜਿਹੜਾ ਟ੍ਰੇਡ ਹੈ ਉਹ ਕਿਤੇ ਨਾ ਕਿਤੇ ਕੀ ਕਰੇਗਾ, ਘਟ ਜਾਏਗਾ ਤੇ ਬ੍ਰਿਟਿਸ਼ਰ ਨੂੰ ਪ੍ਰੋਫਿਟ ਵੀ ਨਹੀਂ ਹੋਵੇਗਾ। ਕਲੀਅਰ। ਤਾਂ ਬ੍ਰਿਟਿਸ਼ਰ ਦਾ ਇੱਕ ਆਪਾਂ ਕਹਿ ਸਕਦੇ ਕਿ ਰੀਜ਼ਨ ਸੀਗਾ ਮੈਸੂਰ ਨੂੰ ਐਨੈਕਸ ਕਰਨ ਦਾ, ਉਹ ਸੀਗਾ ਉਹਦੀ ਜੋਗ੍ਰਾਫਿਕਲ ਲੋਕੇਸ਼ਨ। ਠੀਕ ਹੈ ਜੀ, ਜਿਹੜੀ ਜੋਗ੍ਰਾਫਿਕਲ ਪੋਜੀਸ਼ਨ ਸੀਗੀ ਮੈਸੂਰ ਦੀ ਉਹ ਕਾਫੀ ਜ਼ਿਆਦਾ ਕੀ ਸੀ, ਇੰਪੋਰਟੈਂਟ ਸੀ, ਜਿਸ ਦੀ ਵਜ੍ਹਾ ਤੋਂ ਬ੍ਰਿਟਿਸ਼ਰ ਕੀ ਕਰਨਗੇ ਇਹਨੂੰ ਆਪਾਂ ਕਹਿ ਸਕਦੇ ਕਿ ਐਨੈਕਸ ਕਰਨਗੇ, ਇਹਨੂੰ ਕਨਕੁਐਸਟ ਕਰਨਗੇ। ਦੂਜੀ ਗੱਲ ਜੇ ਗੱਲ ਕਰੀਏ ਜਿਹੜੇ ਮੈਸੂਰ ਵਾਲੇ ਨੇ, ਜਿਹੜੀ ਮੈਸੂਰ ਸਟੇਟ ਹੈ ਕਿਤੇ ਨਾ ਕਿਤੇ ਕਿਹਨਾਂ ਨਾਲ ਅਲਾਈਨ ਹੋਏਗੀ ਜਾਂ ਕਿਹਨਾਂ ਦੇ ਜ਼ਿਆਦਾ ਨੇੜੇ ਹੋਏਗੀ ਤਾਂ ਇਹ ਫ੍ਰੈਂਚ ਦੇ ਨੇੜੇ ਜ਼ਿਆਦਾ। ਠੀਕ ਹੈ ਜੀ, ਤੇ ਜੇ ਮੈਸੂਰ ਜ਼ਿਆਦਾ ਪਾਵਰਫੁਲ ਹੋਗੀ ਤਾਂ ਡੈਕਨ ਦੇ ਵਿੱਚ ਫ੍ਰੈਂਚ ਵੀ ਜ਼ਿਆਦਾ ਪਾਵਰਫੁਲ ਹੋਣਗੇ। ਜੇ ਫ੍ਰੈਂਚ ਜ਼ਿਆਦਾ ਪਾਵਰਫੁਲ ਹੋ ਗਏ ਤਾਂ ਨੁਕਸਾਨ ਕਿਸ ਦਾ ਹੈ, ਤਾਂ ਨੁਕਸਾਨ ਤਾਂ ਬ੍ਰਿਟਿਸ਼ਰਸ ਦਾ ਹੀ ਹੈ, ਜਿਨ੍ਹਾਂ ਨੇ ਬੈਟਲ ਆਫ ਬੰਡੀ ਪੋਸ਼ ਦੇ ਵਿੱਚ ਵੀ ਫ੍ਰੈਂਚ ਨੂੰ ਹਰਾਤਾ। ਤਾਂ ਉਹ ਚਾਹੁੰਦੇ ਹੀ ਨਹੀਂ ਸੀ ਕਿ ਕਿਤੇ ਨਾ ਕਿਤੇ ਤਰ੍ਹਾਂ ਫ੍ਰੈਂਚ ਦੇ ਜਿਹੜੇ ਆਪਾਂ ਕਹਿ ਸਕਦੇ ਕਿ ਦੋਸਤ ਨੇ, ਭਾਈਵਾਲ ਨੇ, ਉਹ ਵੀ ਜ਼ਿਆਦਾ ਕੀ ਹੋਣ ਇੱਥੇ ਪਾਵਰਫੁਲ ਹੋਣ। ਕਲੀਅਰ। ਤਾਂ ਇਸ ਦੀ ਵਜ੍ਹਾ ਤੋਂ ਵੀ ਆਪਾਂ ਦੇਖਾਂਗੇ ਕਿ ਬ੍ਰਿਟਿਸ਼ਰ ਜਿਹੜੇ ਨੇ ਕੋਈ ਨਾ ਕੋਈ ਵਜ੍ਹਾ ਲੱਭਣਗੇ ਕਿ ਜਿਸ ਨਾਲ ਜਲਦੀ ਤੋਂ ਜਲਦੀ ਜਿਹੜਾ ਮੈਸੂਰ ਸਟੇਟ ਹੈ ਉਹਨੂੰ ਕੀ ਕੀਤਾ ਜਾਏ, ਕੈਪਚਰ ਕੀਤਾ ਜਾਏ ਜਾਂ ਆਪਣੇ ਅੰਡਰ ਕੀਤਾ ਜਾਏ। ਕਲੀਅਰ। ਚਲੋ ਜੀ, ਗੱਲ ਕਰਦੇ ਹਾਂ ਫਸਟ ਐਂਗਲੋ ਮੈਸੂਰ ਵਾਰ ਦੀ। ਹੁਣ ਇੱਥੇ ਹੋ ਕੀ ਰਿਹਾ ਦੇਖੋ ਜੀ, ਪਾਵਰਸ ਕਿਹੜੀਆਂ ਨੇ ਡੈਕਨ ਦੇ ਵਿੱਚ ਆਪਾਂ ਨੂੰ ਪਤਾ ਹੈ ਮਰਾਠਾਸ ਨੇ ਤੇ ਨਿਜ਼ਾਮ ਹੈ, ਨਿਜ਼ਾਮ ਕਿੱਥੋਂ ਦਾ, ਹੈਦਰਾਬਾਦ ਦਾ। ਇਹਨਾਂ ਨੇ ਕੀ ਕੀਤਾ, ਬ੍ਰਿਟਿਸ਼ਰਸ ਨੇ ਇਹਨਾਂ ਦੇ ਨਾਲ ਟ੍ਰੀਟੀਜ਼ ਕਰ ਲਿਆ। ਬ੍ਰਿਟਿਸ਼ਰਸ ਨੇ ਕੀ ਕੀਤੀਆਂ, ਇਹਨਾਂ ਦੇ ਨਾਲ ਟ੍ਰੀਟੀ ਕਰ ਲਈ। ਇੱਥੇ ਜੇ ਆਪਾਂ ਗੱਲ ਕਰੀਏ ਫਸਟ ਐਂਗਲੋ ਮੈਸੂਰ ਵਾਰ, ਸੈਕਿੰਡ ਐਂਗਲੋ, ਤਾਂ ਦੋ ਫਸਟ ਤੇ ਸੈਕਿੰਡ ਐਂਗਲੋ ਮੈਸੂਰ ਵਾਰ ਇਹ ਲੜਨਗੇ ਕੌਣ, ਇਹ ਲੜਨਗੇ ਜੀ ਤੁਹਾਡੇ ਹੈਦਰ ਅਲੀ। ਜੇ ਗੱਲ ਕਰਾਂਗੇ ਹੈਦਰ ਅਲੀ ਦੀ ਡੈਥ ਹੋ ਜਾਏਗੀ ਸੈਕਿੰਡ ਐਂਗਲੋ ਮੈਸੂਰ ਵਾਰ। ਠੀਕ ਹੈ ਜੀ, ਉਸ ਤੋਂ ਬਾਅਦ ਸੈਕਿੰਡ, ਥਰਡ ਤੇ ਫੋਰਥ ਤਿੰਨ ਲੜਾਈਆਂ ਜਿਹੜੀਆਂ ਨੇ ਟੀਪੂ ਸੁਲਤਾਨ ਲੜਨਗੇ। ਕਲੀਅਰ। ਤਾਂ ਹੁਣ ਦੇਖੋ ਜੀ, ਇੱਥੇ ਕਈ ਵਾਰ ਆਪਾਂ ਨੂੰ ਕੁਐਸਚਨ ਕੀ ਦੇਖਣ ਨੂੰ ਮਿਲਦਾ ਹੈ, ਕੁਐਸਚਨ ਤਾਂ ਵੈਸੇ ਪੰਜਾਬ ਦੇ ਪੇਪਰਾਂ 'ਚ ਬਹੁਤ ਘੱਟ ਦੇਖਣ ਨੂੰ ਮਿਲੇਗਾ, ਪਰ ਆਪਣੀ ਇੱਕ ਨੌਲੇਜ ਹੋਣੀ ਚਾਹੀਦੀ ਹੈ। ਇੱਕ ਚੰਗਾ ਜੇ ਆਰਮੀ ਜਨਰਲ ਹੈ ਜਿਹਨੇ ਕੀ ਕਰਨੀ ਹੈ, ਆਰਮੀ ਲੀਡ ਕਰਨੀ ਹੈ, ਉਹ ਹਮੇਸ਼ਾ ਕੀ ਨਹੀਂ ਹੋਣ ਦੇਗਾ, ਆਪਣੇ ਜਿੰਨੇ ਵੀ ਦੁਸ਼ਮਣ ਨੇ ਉਹਨਾਂ ਨੂੰ ਕੀ ਨਹੀਂ ਹੋਣ ਦੇਗਾ, ਇਕੱਠਾ ਹੋਣ ਨਹੀਂ ਦੇਗਾ। ਕਿਤੇ ਤੁਸੀਂ ਦੇਖੋ ਜੀ, ਵਾਪਸ ਮੈਪ 'ਚ ਚੱਲਦੇ ਹਾਂ। ਇੱਥੇ ਦੇਖੋ ਉੱਪਰ ਹੈ ਮੈਸੂਰ ਦੇ ਬਿਲਕੁਲ ਉੱਪਰਲੇ ਪਾਸੇ ਕੌਣ ਨੇ, ਮਰਾਠੇ ਨੇ। ਬਿਲਕੁਲ ਰਾਈਟ ਸਾਈਡ ਕੌਣ ਨੇ, ਜੇ ਗੱਲ ਕਰੀਏ ਰਾਈਟ ਸਾਈਡ ਤਾਂ ਇਹਨਾਂ ਦੇ ਆਪਾਂ ਨੂੰ ਦੇਖਣ ਨੂੰ ਮਿਲ ਜਾਏਗਾ ਹੈਦਰਾਬਾਦ ਹੈ। ਤਾਂ ਇੱਥੇ ਮਦਰਾਸ ਵਾਲੀ ਸਾਈਡ ਕਿੱਥੇ ਨੇ, ਬ੍ਰਿਟਿਸ਼ਰ ਨੇ। ਤਾਂ ਹੁਣ ਇੱਕ ਜਗ੍ਹਾ ਜੇ ਇਕੱਠੇ ਹੋ ਗਏ ਤਾਂ ਤੁਹਾਨੂੰ ਤਿੰਨ ਫਰੰਟ ਦੇ ਉੱਪਰ, ਅਲੱਗ-ਅਲੱਗ ਫਰੰਟ ਦੇ ਉੱਪਰ ਕੀ ਕਰਨਾ ਪਏਗਾ, ਲੜਨਾ ਪਏਗਾ। ਪਰ ਜੇ ਬ੍ਰਿਟਿਸ਼ਰ ਨੇ ਇਕੱਲੇ ਲੜਨਾ ਹੈ ਤਾਂ ਉਹਨਾਂ ਨਾਲ ਇੱਕ ਫਰੰਟ 'ਤੇ ਵੀ ਲੜਿਆ ਜਾ ਸਕਦਾ ਹੈ। ਹੁਣ ਇੱਕ ਚੰਗਾ ਜਿਹੜਾ ਆਰਮੀ ਜਨਰਲ ਹੈ ਉਹ ਹਮੇਸ਼ਾ ਕੀ ਕਰੇਗਾ, ਉਹ ਆਪਣੇ ਜਿੰਨੇ ਵੀ ਦੁਸ਼ਮਣ ਨੇ ਉਹਨਾਂ ਨੂੰ ਇਕੱਠਾ ਹੋਣ ਨਹੀਂ ਦੇਗਾ। ਇਹੀ ਆਪਾਂ ਕਹਿ ਸਕਦੇ ਹਾਂ ਕਿ ਸਿਫਤ ਸੀ, ਤੇ ਇਹੀ ਕਹਿ ਸਕਦੇ ਹਾਂ ਚੰਗੇ ਕੰਮ ਸੀਗੇ ਜਿਹੜੇ ਹੈਦਰ ਅਲੀ ਨੇ ਕੀਤੇ। ਉਹਨੇ ਕਦੀ ਵੀ ਆਪਣੇ ਦੁਸ਼ਮਣ ਜਿਹੜੇ ਨੇ ਉਹ ਇਕੱਠੇ ਹੋਣ ਨਹੀਂ ਦਿੱਤੇ। ਜੇ ਕਿਸੇ ਨਾਲ ਡਿਪਲੋਮੈਟਿਕ ਵੇ ਨਾਲ ਆਪਾਂ ਗੱਲ ਕਰੀਏ, ਗੱਲਾਂ ਬਾਤਾਂ ਕਰਕੇ ਉਹਨਾਂ ਨੂੰ ਆਪਣੇ ਵੱਲ ਕਰਨਾ ਜਾਂ ਕਿਸੇ ਨੂੰ ਪੈਸੇ ਵੀ ਦੇਣੇ ਪੈ ਗਏ ਤਾਂ ਉਹ ਵੀ ਕਰਨਗੇ। ਹੈਦਰ ਅਲੀ ਬਸ ਆਪਾਂ ਕਹਿ ਸਕਦੇ ਕਿ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਇਕੱਠੇ ਹੋਣ ਨਹੀਂ ਦੇਣਗੇ। ਇਹੀ ਵਜ੍ਹਾ ਹੋਏਗੀ ਕਿ ਫਸਟ ਐਂਗਲੋ ਮੈਸੂਰ ਵਾਰ ਜਿਹੜੀ ਹੈ ਉਹ ਕੌਣ ਜਿੱਤਣਗੇ, ਮੈਸੂਰ ਵਾਲੇ ਜਿੱਤਣਗੇ ਤੇ ਬ੍ਰਿਟਿਸ਼ਰ ਹਾਰ ਜਾਣਗੇ। ਠੀਕ ਹੈ ਜੀ। ਹੁਣ ਬ੍ਰਿਟਿਸ਼ਰ ਨੇ ਕੀ ਕਰ ਲਈ, ਟ੍ਰੀਟੀ ਕਰ ਲਈ। ਦੇਖੋ ਜੀ ਕਿਹਨਾਂ ਨਾਲ, ਮਰਾਠਿਆਂ ਨਾਲ ਵੀ ਕਰ ਲਈ ਤੇ ਹੈਦਰਾਬਾਦ ਨਾਲ ਵੀ ਕਰ ਲਈ। ਤੇ ਉਧਰੋਂ ਦੀ ਬ੍ਰਿਟਿਸ਼ਰ ਨੇ ਕੀ ਕਰਤਾ, ਹੈਦਰਾਬਾਦ ਦੇ ਉੱਪਰ ਹਮਲਾ ਕਰਤਾ, ਹੈਦਰ ਅਲੀ ਦੇ ਉੱਪਰ ਹਮਲਾ ਕਰਤਾ, ਜਾਂ ਆਪਾਂ ਕਹਿ ਸਕਦੇ ਹਾਂ ਮੈਸੂਰ ਸਟੇਟ ਦੇ ਉੱਪਰ ਹਮਲਾ ਕਰਤਾ। ਪਰ ਇੱਥੇ ਦੇਖਣ ਨੂੰ ਕੀ ਮਿਲੇਗਾ, ਹੈਦਰ ਅਲੀ ਦੀ ਚੰਗੀ ਚੀਜ਼ ਦੇਖਣ ਨੂੰ ਮਿਲੇਗੀ। ਹੈਦਰ ਅਲੀ ਨੇ ਜਾਂ ਤਾਂ ਆਪਾਂ ਕਹਿ ਸਕਦੇ ਹਾਂ ਕਿ ਬਰਾਈਬ ਦੇ ਕੇ, ਰਿਸ਼ਵਤ ਦੇ ਕੇ ਜਾਂ ਕਨਵਿੰਸ ਕਰਕੇ, ਦੋਨੋਂ ਹੀ ਤਰੀਕਿਆਂ ਨਾਲ ਮਰਾਠਿਆਂ ਨੂੰ ਤੇ ਹੈਦਰਾਬਾਦ ਨੂੰ ਕੀ ਕਰ ਲਿਆ, ਕਨਵਿੰਸ ਕਰਤਾ ਡਿਪਲੋਮੈਟਿਕ ਵੇ ਨਾਲ ਕਿ ਤੁਸੀਂ ਨਹੀਂ ਲੜਨਾ। ਪਹਿਲੀ ਐਂਗਲੋ ਮੈਸੂਰ ਵਾਰ ਹੈ, ਤੁਸੀਂ ਲੜਨ ਨਹੀਂ ਆਣਾ। ਕਿਸੇ ਨੂੰ ਪੈਸੇ ਦੀ ਜ਼ਰੂਰਤ ਸੀ ਉਹਨੂੰ ਪੈਸੇ ਦਿੱਤੇ, ਜੇ ਕਿਸੇ ਨੂੰ ਹੋਰ ਕੋਈ ਚੀਜ਼ ਦੀ ਜ਼ਰੂਰਤ ਸੀ ਉਹ ਦੇ ਕੇ ਉਹਨਾਂ ਨੂੰ ਲੜਾਈ ਤੋਂ ਸਾਈਡ ਕਰਤਾ। ਹੁਣ ਬਚਿਆ ਕੌਣ, ਕਿਤੇ ਬ੍ਰਿਟਿਸ਼ਰ ਨੂੰ ਲੱਗ ਰਿਹਾ ਸੀ ਅਸੀਂ ਤਿੰਨ ਜਾਣੇ ਤੇ ਇੱਕ ਪਾਸੇ ਮੈਸੂਰ ਇਕੱਲਾ, ਦੂਜੇ ਪਾਸੇ ਹੋ ਕੀ ਗਿਆ, ਹੁਣ ਹੈਦਰ ਅਲੀ ਨੇ, ਬ੍ਰਿਟਿਸ਼ਰ ਇਕੱਲੇ ਰਹਿ ਗਏ ਤੇ ਦੂਜੇ ਪਾਸੇ ਸਿਰਫ ਹੈਦਰ ਅਲੀ ਰਹਿ ਗਿਆ। ਹੋ ਗਈ 1 to 1 ਲੜਾਈ। ਕਿਤੇ ਤਿੰਨ ਜਣਿਆਂ ਨੇ ਲੜਨਾ ਸੀ, ਕਿਤੇ ਇੱਕ ਜਣੇ ਨੇ ਲੜਨਾ। ਤਾਂ ਇਹਦਾ ਫਾਇਦਾ ਕਿਹਦਾ ਹੋਇਆ, ਹੈਦਰ ਅਲੀ ਦਾ ਫਾਇਦਾ ਹੋਇਆ। ਨੁਕਸਾਨ ਕਿਹਨਾਂ ਦਾ ਹੋਇਆ, ਬ੍ਰਿਟਿਸ਼ਰ ਦਾ ਨੁਕਸਾਨ ਹੋਇਆ। ਇਹੀ ਦੇਖਣ ਨੂੰ ਮਿਲੇਗਾ ਆਪਾਂ ਨੂੰ, ਬ੍ਰਿਟਿਸ਼ਰਸ ਨੂੰ ਕਾਫੀ ਜ਼ਿਆਦਾ ਕੀ ਹੋਏਗਾ, ਲਾਸ ਹੋਏਗਾ। ਐਂਡ ਦੇ ਵਿੱਚ ਬ੍ਰਿਟਿਸ਼ਰਸ ਦੇ ਉੱਪਰ ਇੱਕ ਟ੍ਰੀਟੀ ਸਾਈਨ ਕਰਵਾਈ ਜਾਏਗੀ। ਟ੍ਰੀਟੀ ਦਾ ਨਾਮ ਯਾਦ ਰੱਖ ਲਿਓ, ਟ੍ਰੀਟੀ ਆਫ ਮਦਰਾਸ। ਪਹਿਲੀ ਐਂਗਲੋ ਮੈਸੂਰ ਵਾਰ ਕਿਵੇਂ ਐਂਡ ਹੋਏਗੀ, ਤਾਂ ਟ੍ਰੀਟੀ ਆਫ ਮਦਰਾਸ। ਮਦਰਾਸ ਦਾ ਮਤਲਬ ਉਹਨਾਂ ਦਾ ਕੀ ਸੀਗਾ, ਉੱਥੇ ਕਿਲਾ। ਉੱਥੇ ਜਾ ਕੇ ਇੰਨਾ ਬ੍ਰਿਟਿਸ਼ਰ ਹਾਰੇ, ਉੱਥੇ ਜਾ ਕੇ ਹੈਦਰ ਅਲੀ ਨੇ ਕੀ ਕਰਵਾਈ, ਟ੍ਰੀਟੀ ਸੰਧੀ ਜਿਹੜੀ ਹੈ ਸਾਈਨ ਕਰਵਾਈ। ਠੀਕ ਹੈ ਜੀ। ਹੁਣ ਇੱਥੇ ਇੰਪੋਰਟੈਂਟ ਗੱਲ ਹੈ, ਹੈਦਰ ਅਲੀ ਨੂੰ ਪਤਾ ਲੱਗ ਗਿਆ ਕਿ ਬ੍ਰਿਟਿਸ਼ਰ ਜਿਹੜੇ ਨੇ ਉਹਦੇ ਕੀ ਨੇ, ਅਗੇਂਸਟ ਨੇ, ਉਹਦੇ ਐਂਟੀ ਨੇ। ਹੁਣ ਇੱਥੇ ਹੀ ਫਿਰ ਤੋਂ ਆਪਾਂ ਗੱਲ ਕਰ ਦਾਂਗੇ ਹੈਦਰ ਅਲੀ ਦੀ ਚੰਗੀ ਗੱਲ। ਹੈਦਰ ਅਲੀ ਨੇ ਟ੍ਰੀਟੀ ਆਫ ਮਦਰਾਸ ਦੇ ਵਿੱਚ ਕੁਝ ਲਿਖਵਾ ਲਿਆ,
ਉਹਨੇ ਐਵੇਂ ਦੀ ਚੀਜ਼ਾਂ ਲਿਖਵਾ ਲਈਆਂ ਟ੍ਰੀਟੀ ਆਫ ਮਦਰਾਸ ਦੇ ਵਿੱਚ ਕਿ ਉਹ ਅੱਗੇ ਤੋਂ ਬ੍ਰਿਟਿਸ਼ਰ ਉਹਦੇ ਅਗੇਂਸਟ ਹੋਣ ਹੀ ਨਾ, ਜੇ ਹੋਣ ਤਾਂ ਬ੍ਰਿਟਿਸ਼ਰ ਨੂੰ ਉਹਦਾ ਕੀ ਬਣਨਾ ਪਏ, ਆਪਾਂ ਕਹਿ ਸਕਦੇ ਹਾਂ ਕਿ ਲੜਾਈ ਦਾ ਕਾਰਨ ਬਣਨਾ ਪਵੇ। ਠੀਕ ਹੈ ਜੀ, ਵੀ ਖੁਦ ਲੜਾਈ ਦਾ ਕਾਰਨ ਨਹੀਂ ਬਣੋ, ਅਗਲੇ ਨੂੰ ਬਣਾ ਦਿਓ। ਹੁਣ ਟ੍ਰੀਟੀ ਆਫ ਮਦਰਾਸ ਦੇ ਵਿੱਚ ਹੈਦਰ ਅਲੀ ਇੰਪੋਰਟੈਂਟ ਹੈ, ਵੈਸੇ ਕੁਐਸਚਨ ਨਹੀਂ ਆਉਂਦਾ ਪਰ ਵੈਸੇ ਤੁਸੀਂ ਇੱਕ ਫੈਕਟ ਜਿਹੇ ਤੌਰ ਤੇ ਯਾਦ ਕਰ ਸਕਦੇ ਹੋ। ਹੈਦਰ ਅਲੀ ਨੇ ਟ੍ਰੀਟੀ ਆਫ ਮਦਰਾਸ ਦੇ ਵਿੱਚ ਇਹ ਲਿਖਵਾ ਲਿਆ ਕਿ ਅੱਜ ਤੋਂ ਬਾਅਦ ਮੈਸੂਰ ਦੇ ਉੱਪਰ ਜੇ ਹੈਦਰਾਬਾਦ ਹਮਲਾ ਕਰਦਾ ਹੈ ਜਾਂ ਮਰਾਠਾ ਹਮਲਾ ਕਰਦੇ ਨੇ ਤਾਂ ਹੈਲਪ ਦੇ ਲਈ ਕਿਹਨੂੰ ਆਉਣਾ ਪਏਗਾ, ਤਾਂ ਬ੍ਰਿਟਿਸ਼ਰਸ ਨੂੰ ਮੈਸੂਰ ਦੀ ਹੈਲਪ ਲਈ ਆਉਣਾ ਪਵੇਗਾ। ਠੀਕ ਹੈ ਜੀ, ਇਹ ਸਾਰੀ ਚੀਜ਼ ਕਿਸ ਤੇ ਲਿਖਵਾ ਲਈ ਗਈ, ਟ੍ਰੀਟੀ ਆਫ ਮਦਰਾਸ ਦੇ ਵਿੱਚ ਲਿਖਵਾ ਲਈ ਗਈ। ਪੇਪਰ ਆਫ ਪੁਆਇੰਟ ਆਫ ਵਿਊ ਨਾਲ ਜੇ ਗੱਲ ਕਰੀਏ ਐਜ਼ ਇਟ ਇਜ਼ ਹੀ ਤੁਹਾਨੂੰ ਕੁਐਸਚਨ ਆਏਗਾ ਕਿ ਟ੍ਰੀਟੀ ਆਫ ਮਦਰਾਸ ਦੱਸੋ ਜੀ ਕਿਹੜੀ ਵਾਰ ਦੇ ਨਾਲ ਐਸੋਸੀਏਟਿਡ ਹੈ। ਕਲੀਅਰ ਹੈ ਜੀ, ਤਾਂ ਯਾਦ ਰੱਖਿਓ ਫਸਟ ਐਂਗਲੋ ਮੈਸੂਰ ਵਾਰ ਟ੍ਰੀਟੀ ਕਿਹੜੀ ਹੋਈ ਹੈ, ਟ੍ਰੀਟੀ ਆਫ ਮਦਰਾਸ ਦੇ ਨਾਲ ਖਤਮ ਹੋ ਗਈ। ਕਲੀਅਰ। ਜੇ ਗੱਲ ਕਰਾਂਗੇ ਜੀ ਆਪਾਂ ਸੈਕਿੰਡ ਐਂਗਲੋ ਮੈਸੂਰ ਵਾਰ, ਹੁਣ ਸੈਕਿੰਡ ਐਂਗਲੋ ਮੈਸੂਰ ਵਾਰ ਦਾ ਕਾਰਨ ਫਸਟ ਐਂਗਲੋ ਮੈਸੂਰ ਵਾਰ ਦੀ ਟ੍ਰੀਟੀ ਸੀ। ਹੁਣ ਸੈਕਿੰਡ ਐਂਗਲੋ ਮੈਸੂਰ ਵਾਰ ਕਿਉਂ ਹੋਏਗੀ, ਫਸਟ ਐਂਗਲੋ ਮੈਸੂਰ ਵਾਰ 'ਚ ਟ੍ਰੀਟੀ ਹੋਊਗੀ ਮਦਰਾਸ ਦੀ ਸਾਈਨ, ਜਿਸ ਦੇ ਵਿੱਚ ਉਹਨਾਂ ਨੇ ਕੀ ਕਿਹਾ ਸੀ ਵੀ ਅੱਜ ਤੋਂ ਬਾਅਦ ਜੇ ਮੈਸੂਰ ਦੇ ਉੱਪਰ ਕੋਈ ਵੀ ਹਮਲਾ ਕਰਦਾ ਹੈ ਤਾਂ ਉਹਨਾਂ ਦੇ ਬਚਾਅ ਲਈ ਕੌਣ ਆਣਗੇ, ਬ੍ਰਿਟਿਸ਼ਰਸ ਆਣਗੇ। ਤਾਂ ਸੇਮ ਚੀਜ਼ ਹੋਈ, ਆਪਾਂ ਦੇਖਦੇ ਹਾਂ ਕਿ ਹੈਦਰ ਅਲੀ ਨੇ ਦੇਖਿਆ ਕਿ ਬ੍ਰਿਟਿਸ਼ਰਸ ਜਿਹੜੇ ਨੇ ਉਹਦੀ ਹੈਲਪ ਲਈ ਆਏ ਹੀ ਨਹੀਂ। ਹਮਲਾ ਕਿਹਨਾਂ ਨੇ ਕੀਤਾ ਸੀ ਮੈਸੂਰ ਦੇ ਉੱਪਰ, ਮਰਾਠਾ ਨੇ ਹਮਲਾ ਕੀਤਾ। ਹੈਦਰ ਅਲੀ ਦੇਖ ਰਹੇ ਸੀ ਕਿ ਸ਼ਾਇਦ ਬ੍ਰਿਟਿਸ਼ਰ ਆਣਗੇ ਹੈਲਪ ਲਈ, ਪਰ ਬ੍ਰਿਟਿਸ਼ਰ ਨਹੀਂ ਆਏ। ਇੱਥੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਬ੍ਰਿਟਿਸ਼ਰ ਦੇ ਉੱਪਰ ਕੀ ਨਹੀਂ ਕੀਤਾ ਜਾ ਸਕਦਾ, ਭਰੋਸਾ ਨਹੀਂ ਕੀਤਾ ਜਾ ਸਕਦਾ। ਜਦੋਂ ਤੁਹਾਨੂੰ ਇੱਕ ਚੀਜ਼ ਦਾ ਕਲੀਅਰ ਹੋ ਜਾਏ ਕਿ ਬ੍ਰਿਟਿਸ਼ਰ ਦੇ ਉੱਪਰ ਭਰੋਸਾ ਨਹੀਂ ਕੀਤਾ ਜਾ ਸਕਦਾ ਤਾਂ ਡੈਕਨ ਦੇ ਵਿੱਚ ਹੋਰ ਕਿਹੜੀ ਪਾਵਰ ਹੈ ਯੂਰੋਪੀਅਨ ਜਿਹਦੇ ਨਾਲ ਤੁਸੀਂ ਆਪਾਂ ਕਹਿ ਸਕਦੇ ਹਾਂ ਕਿ ਆਪਣੀ ਫਰੈਂਡਸ਼ਿਪ ਵਧਾ ਸਕਦੇ ਹੋ। ਤਾਂ ਆਪਾਂ ਦੇਖਾਂਗੇ ਮੈਸੂਰ ਜਿਹੜੀ ਆ ਹੋਰ ਜ਼ਿਆਦਾ ਕਿਹਨਾਂ ਦੇ ਨੇੜੇ ਜਾਏਗੀ, ਫ੍ਰੈਂਚ ਦੇ ਨੇੜੇ ਜਾਣ ਲੱਗ ਜਾਏਗੀ। ਕਲੀਅਰ, ਜਿਸ ਦਾ ਗੁੱਸਾ ਕਿਹਨਾਂ ਨੂੰ ਹੋਏਗਾ, ਬ੍ਰਿਟਿਸ਼ਰਸ ਨੂੰ ਹੋਏਗਾ। ਕਲੀਅਰ। ਦੇਖੋ ਜੀ ਬ੍ਰਿਟਿਸ਼ਰ ਨੂੰ ਹੋਰ ਜ਼ਿਆਦਾ ਫ੍ਰੈਂਚ ਨਾਲ ਗੁੱਸਾ ਕੀ ਹੈ, ਦੇਖੋ ਸਭ ਤੋਂ ਵੱਡੀ ਗੱਲ ਬ੍ਰਿਟਿਸ਼ਰਸ ਦੇ ਅੰਡਰ ਹੋਏਗਾ ਅਮਰੀਕਾ। ਜਿਵੇਂ ਇੰਡੀਆ ਜਿਹੜਾ ਹੈਗਾ ਬ੍ਰਿਟਿਸ਼ਰ ਦਾ ਗੁਲਾਮ ਹੁੰਦਾ ਹੈ ਉਵੇਂ ਅਮਰੀਕਾ ਵੀ ਹੁੰਦਾ ਹੈ, ਪਰ ਅਮਰੀਕਾ ਕੀ ਲੈ ਲੈਂਦਾ, ਕਾਫੀ ਜਲਦੀ ਆਜ਼ਾਦੀ ਲੈ ਲੈਂਦਾ ਬ੍ਰਿਟਿਸ਼ਰ ਤੋਂ। ਹੁਣ ਬ੍ਰਿਟਿਸ਼ਰ ਜਿਹੜੇ ਨੇ ਇਹ ਕਿਤੇ ਨਾ ਕਿਤੇ ਅਕਿਊਜ਼ ਕਰਦੇ ਨੇ, ਆਪਾਂ ਕਹਿ ਸਕਦੇ, ਇਹ ਸੋਚਦੇ ਨੇ ਕਿ ਅਮਰੀਕਾ ਜਿਹੜਾ ਹੈਗਾ ਕਿਉਂ ਸਾਡੇ ਤੋਂ ਅਲੱਗ ਹੋਇਆ, ਤੇ ਕਿਤੇ ਨਾ ਕਿਤੇ ਕਹਿਣਗੇ ਕਿ ਇਹਦਾ ਦੋਸ਼ੀ ਫ੍ਰੈਂਚ ਹੈ, ਕਿ ਫਰਾਂਸ ਵਾਲੇ ਨੇ ਇਹਨਾਂ ਦੀ ਵਜ੍ਹਾ ਤੋਂ ਹੀ ਸਾਡੀ ਕਲੋਨੀ ਸਾਡੇ ਹੱਥੋਂ ਨਿਕਲ ਗਈ ਜਿਹਦਾ ਨਾਮ ਹੈ ਅਮਰੀਕਾ। ਠੀਕ ਹੈ ਜੀ, ਤਾਂ ਹੁਣ ਜਦੋਂ ਫਰਾਂਸ ਵਾਲਿਆਂ ਨੇ ਕਰਕੇ ਅਮਰੀਕਾ ਬ੍ਰਿਟਿਸ਼ਰ ਦੇ ਹੱਥੋਂ ਚਲਾ ਗਿਆ ਤਾਂ ਕੀ ਇੰਡੀਆ ਨੂੰ ਵੀ ਬ੍ਰਿਟਿਸ਼ਰ ਇਹੀ ਸੋਚਣਗੇ ਕਿ ਜੇ ਇੱਥੇ ਵੀ ਫਰਾਂਸ ਦਾ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਇਨਫਲੂਐਂਸ ਵਧਿਆ, ਇੱਥੇ ਵੀ ਇਹਨਾਂ ਦਾ ਆਪਾਂ ਕਹਿ ਸਕਦੇ ਪ੍ਰਭਾਵ ਵਧਿਆ, ਤਾਂ ਸਾਡੇ ਹੱਥੋਂ ਤਾਂ ਇੰਡੀਆ ਵੀ ਚਲਾ ਜਾਏਗਾ। ਤਾਂ ਕਿਤੇ ਨਾ ਕਿਤੇ ਕੀ ਹੋਏਗਾ, ਇਹਨਾਂ ਦੇ ਵਿੱਚ ਲੜਾਈ ਪਹਿਲਾਂ ਵੀ ਆਪਾਂ ਕਰ ਚੁੱਕੇ ਹਾਂ ਕਿ ਇਹ ਕਲੋਨੀਜ਼ ਦੀ ਲੜਾਈ ਹੈ, ਇੰਪੀਰੀਅਲ ਵਾਰ ਹੈ। ਠੀਕ ਹੈ ਜੀ, ਫਰਾਂਸ ਜਿਹੜਾ ਹੈਗਾ ਆਪਣੀ ਕਲੋਨੀਜ਼ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਅਲੱਗ ਦੇਸ਼ਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਦੂਜੇ ਪਾਸੇ ਬ੍ਰਿਟਿਸ਼ਰ ਨੇ ਉਹ ਆਪਣੇ ਦੇਸ਼ਾਂ ਅਲੱਗ ਦੂਜੇ ਦੇਸ਼ਾਂ ਨੂੰ ਕੀ ਕਰ ਰਹੇ ਨੇ, ਕਲੋਨੀ ਬਣਾਉਣ ਦੀ, ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਾਰੇ ਦੋਨੋਂ ਹੀ ਲੁੱਟ ਰਹੇ ਨੇ, ਦੋਨੋਂ ਹੀ ਆਪਾਂ ਕਹਿ ਸਕਦੇ ਹਾਂ ਕਿ ਅਲੱਗ-ਅਲੱਗ ਦੇਸ਼ਾਂ ਨੂੰ ਲੁੱਟ ਰਹੇ ਨੇ। ਤੇ ਇਹਨਾਂ ਦੀ ਲੜਾਈ ਵੀ ਇਸ ਵਜ੍ਹਾ ਤੋਂ ਹੈ ਕਿ ਇਹ ਸਾਡਾ ਦੇਸ਼ ਸੀਗਾ, ਇਹਨੂੰ ਤੁਸੀਂ ਹੈਲਪ ਕਿਉਂ ਕੀਤੀ, ਇਹ ਤਾਂ ਸਾਡੇ ਗੁਲਾਮ ਸੀ, ਤੁਸੀਂ ਇਹਦੀ ਹੈਲਪ ਕਿਉਂ ਕੀਤੀ। ਠੀਕ ਹੈ ਜੀ, ਜਦੋਂ ਅਮਰੀਕਾ ਨੂੰ ਆਜ਼ਾਦੀ ਲੈ ਲਈ ਤਾਂ ਬ੍ਰਿਟਿਸ਼ਰ ਨੇ ਕੀ ਕੀਤਾ, ਕਾਫੀ ਜ਼ਿਆਦਾ ਗੁੱਸਾ ਸੀ ਫ੍ਰੈਂਚ ਤੇ, ਤਾਂ ਬ੍ਰਿਟਿਸ਼ਰਸ ਨੇ ਕੀ ਕੀਤਾ, ਮਾਹੇ ਪੋਰਟ ਦੇ ਉੱਪਰ ਕੀ ਕਰਤਾ, ਅਟੈਕ ਕਰਤਾ। ਹੁਣ ਮਾਹੇ ਪੋਰਟ ਕੀ ਸੀਗੀ, ਮਾਹੇ ਪੋਰਟ ਸੀਗੀ ਇੱਕ ਫ੍ਰੈਂਚ ਸੈਟਲਮੈਂਟ। ਜਦੋਂ ਇੱਕ ਫ੍ਰੈਂਚ ਸੈਟਲਮੈਂਟ ਸੀ ਮਾਹੇ ਪੋਰਟ, ਤਾਂ ਮੈਸੂਰ ਦਾ ਤਾਂ ਕੋਈ ਲੈਣਾ ਦੇਣਾ ਨਹੀਂ ਸੀ, ਪਰ ਜਿਹੜੀ ਮਾਹੇ ਪੋਰਟ ਸੀ ਕਿਹਦੇ ਅੰਡਰ ਆਉਂਦੀ ਸੀ, ਤਾਂ ਇਹ ਆਉਂਦੀ ਸੀ ਮੈਸੂਰ ਦੇ ਅੰਡਰ। ਤਾਂ ਜਦੋਂ ਮੈਸੂਰ ਦੇ ਉੱਪਰ ਹਮਲਾ ਕੀਤਾ ਤਾਂ ਕਿਤੇ ਨਾ ਕਿਤੇ ਕੀ ਹੋਏਗਾ, ਇੱਥੇ ਆਪਾਂ ਦੇਖਾਂਗੇ ਕਿ ਸੈਕਿੰਡ ਐਂਗਲੋ ਮੈਸੂਰ ਵਾਰ ਸ਼ੁਰੂ ਹੋ ਜਾਏਗੀ। ਕਲੀਅਰ। ਪਹਿਲਾਂ ਹੀ ਹੈਦਰ ਅਲੀ ਕਾਫੀ ਜ਼ਿਆਦਾ ਗੁੱਸੇ 'ਚ ਸੀਗਾ ਕਿ ਮਰਾਠਿਆਂ ਨੇ ਹਮਲਾ ਕੀਤਾ, ਬ੍ਰਿਟਿਸ਼ਰ ਉਹਦਾ ਹੈਲਪ ਲੈਣ ਨਹੀਂ ਆਏ। ਉੱਪਰੋਂ ਦੀ ਬ੍ਰਿਟਿਸ਼ਰ ਨੇ ਕੀ ਕੀਤਾ, ਜਿਹੜੀ ਮੈਸੂਰ ਦੀ ਸਟੇਟ ਦੇ ਅੰਡਰ ਫ੍ਰੈਂਚ ਦੇ ਉੱਪਰ ਹਮਲਾ ਕਰਤਾ। ਇੱਥੋਂ ਹੀ ਸ਼ੁਰੂ ਹੋ ਜਾਏਗੀ ਤੁਹਾਡੀ ਸੈਕਿੰਡ ਐਂਗਲੋ ਮੈਸੂਰ ਵਾਰ। ਕਲੀਅਰ। ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਸੈਕਿੰਡ ਐਂਗਲੋ ਮੈਸੂਰ ਵਾਰ ਦੇ ਵਿੱਚ ਜਿਹੜੇ ਹੈਦਰ ਅਲੀ ਹੋਣਗੇ ਇਹਨਾਂ ਦੀ ਕੀ ਹੋ ਜਾਏਗੀ, ਡੈਥ ਹੋ ਜਾਏਗੀ। ਠੀਕ ਹੈ ਜੀ, ਕਾਫੀ ਲੰਬੀ ਵਾਰ ਚਲੇਗੀ, ਕੋਈ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਜਿੱਤ ਨਹੀਂ ਰਿਹਾ, ਕੋਈ ਹਾਰ ਨਹੀਂ ਰਿਹਾ। ਠੀਕ ਹੈ ਜੀ, ਆਪਾਂ ਕਹਿ ਸਕਦੇ ਨਿਊਟਰਲ ਜੀ ਵਾਰ ਚਲੇਗੀ, ਦੋਨੋਂ ਹੀ ਸਾਈਡਾਂ ਬਰਾਬਰ ਹੀ ਜਿਹੜਾ ਇਹਨਾਂ ਦਾ ਨੁਕਸਾਨ ਹੋ ਰਿਹਾ ਹੋਵੇਗਾ। ਤੇ ਐਂਡ ਦੇ ਵਿੱਚ ਤੁਸੀਂ ਯਾਦ ਰੱਖਿਓ ਟ੍ਰੀਟੀ ਸਾਈਨ ਹੋਏਗੀ, ਟ੍ਰੀਟੀ ਦਾ ਨਾਮ ਹੈ ਟ੍ਰੀਟੀ ਆਫ ਮੈਂਗਲੋਰ। ਠੀਕ ਹੈ ਜੀ, ਟ੍ਰੀਟੀ ਆਫ ਮੈਂਗਲੋਰ ਸਾਈਨ ਹੋਏਗੀ ਤੇ ਤੁਹਾਡੀ ਸੈਕਿੰਡ ਐਂਗਲੋ ਮੈਸੂਰ ਵਾਰ ਕੀ ਹੋ ਜਾਏਗੀ, ਖਤਮ ਹੋ ਜਾਏਗੀ। ਕਲੀਅਰ। ਯਾਦ ਰੱਖਿਓ ਸੈਕਿੰਡ ਐਂਗਲੋ ਮੈਸੂਰ ਵਾਰ ਦੇ ਵਿੱਚ ਹੈਦਰ ਅਲੀ ਦੀ ਡੈਥ ਹੋ ਜਾਏਗੀ ਤੇ ਸੈਕਿੰਡ ਐਂਗਲੋ ਮੈਸੂਰ ਵਾਰ ਦੇ ਵਿੱਚ ਹੀ ਟੀਪੂ ਸੁਲਤਾਨ ਜਿਹੜਾ ਹੈਗਾ ਕੀ ਕਰੇਗਾ, ਮੈਸੂਰ ਨੂੰ ਲੀਡ ਕਰੇਗਾ। ਟੀਪੂ ਸੁਲਤਾਨ ਹੈਦਰ ਅਲੀ ਦਾ ਬੇਟਾ। ਕਲੀਅਰ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਥਰਡ ਐਂਗਲੋ ਮੈਸੂਰ ਵਾਰ ਦੀ। ਹੁਣ ਥਰਡ ਐਂਗਲੋ ਮੈਸੂਰ ਵਾਰ ਹੈਦਰ ਅਲੀ ਦੀ ਕੀ ਹੋ ਚੁੱਕੀ ਹੈ, ਡੈਥ ਹੋ ਚੁੱਕੀ ਹੈ। ਹੁਣ ਕੌਣ ਨੇ ਜੀ ਜਿਹੜੇ ਆਪਾਂ ਗੱਲ ਕਰੀਏ ਮੈਸੂਰ ਨੂੰ ਲੀਡ ਕਰਨਗੇ, ਤਾਂ ਉਹ ਕਰਨਗੇ ਟੀਪੂ ਸੁਲਤਾਨ। ਠੀਕ ਹੈ ਜੀ, ਹੁਣ ਟੀਪੂ ਸੁਲਤਾਨ ਦੇ ਅਗੇਂਸਟ ਬ੍ਰਿਟਿਸ਼ਰ ਜਿਹੜੇ ਨੇ ਫਿਰ ਤੋਂ ਇੱਕ ਵਾਰ ਸੋਚਣਗੇ ਕਿ ਆਪਾਂ ਕੀ ਕਰਦੇ ਹਾਂ, ਮੈਸੂਰ ਨੂੰ ਆਪਣੇ ਅੰਡਰ ਲੈ ਕੇ ਆਉਣ ਦੀ ਕੋਸ਼ਿਸ਼ ਕਰਨਗੇ। ਠੀਕ ਹੈ ਜੀ, ਇੱਥੇ ਆਪਾਂ ਦੇਖਾਂਗੇ ਕਿ ਬ੍ਰਿਟਿਸ਼ਰਸ ਦੇ ਗਵਰਨਰ ਜਨਰਲ ਹੋਣਗੇ, ਨਾਮ ਯਾਦ ਰੱਖ ਲਿਓ, ਲਾਰਡ ਕਾਰਨਵਾਲਿਸ। ਫਿਰ ਤੋਂ ਇਹ ਕੀ ਕਰਨਗੇ, ਇੱਕ ਅਲਾਇੰਸ ਬਣਾਉਣਗੇ, ਇੱਕ ਗਰੁੱਪ ਬਣਾਉਣਗੇ, ਕਿਹਨਾਂ ਨਾਲ ਮਿਲ ਕੇ, ਮਰਾਠਾਸ ਨਾਲ ਮਿਲ ਕੇ ਤੇ ਨਿਜ਼ਾਮ ਆਫ ਹੈਦਰਾਬਾਦ ਦੇ ਨਾਲ ਮਿਲ ਕੇ ਬਣਾ ਰਹੇ ਨੇ ਗਰੁੱਪ। ਕਲੀਅਰ। ਪਰ ਇੱਥੇ ਹੁਣ ਲੜਾਈ ਦੀ ਵਜ੍ਹਾ ਕੀ ਹੋਏਗੀ, ਇੱਥੇ ਲੜਾਈ ਦੀ ਵਜ੍ਹਾ ਹੋਏਗੀ ਦੇਖੋ ਜੀ ਟ੍ਰੈਵਨਕੋਰ।
ट्रैवनकोर स्टेट ਜਿਹੜੀ ਹੈਗੀ ਆਪਾਂ ਪਹਿਲੇ ਹੀ ਮੈਪ ਦੇ ਵਿੱਚ ਦੇਖ ਚੁੱਕੇ ਹਾਂ। ਮਰਾਠਿਆਂ ਤੋਂ ਨੀਚੇ ਮੈਸੂਰ, ਮੈਸੂਰ ਤੋਂ ਨੀਚੇ ट्रैवनकोर, ਇੱਥੇ ਆ ਜਾਏਗਾ ਆਪਣਾ मैसूर स्टेट, मैसूर स्टेट ਤੋਂ ਨੀਚੇ ਇੱਥੇ ਆ ਜਾਏਗਾ ट्रैवनकोर। ठीक है जी, तो ਇੱਥੇ ਆ ਗਿਆ ਆਪਣੀ ट्रैवनकोर। ਹੁਣ मैसूर ਨੂੰ ਇਹ ਲੱਗਦਾ ਕਿ ਜਿਹੜੀ ट्रैवनकोर ਹੈ ਉਹ ਕਿਹਦੀ ਅੰਡਰ ਆਉਂਦੀ ਹੈ, मैसूर ਦੇ ਅੰਡਰ ਆਉਂਦੀ ਹੈ। ਪਰ ਜਿਹੜੀ ट्रैवनकोर ਹੈ ਉਹ ਆਪਣੇ ਆਪ ਨੂੰ ਕੀ ਮੰਨਦੇ ਨੇ, ਇੰਡੀਪੈਂਡੈਂਟ ਮੰਨਦੇ ਨੇ। ठीक है जी, तो ਉੱਥੇ ਹੋਏਗਾ ਕਿ ਜਿਹੜੇ ट्रैवनकोर ਵਾਲੇ ਨੇ ਉਹ ਬ੍ਰਿਟਿਸ਼ਰ ਨਾਲ ਕੋਈ ਨਾ ਕੋਈ ਆਪਾਂ ਕਹਿ ਸਕਦੇ ਹਾਂ ਕਿ ਕੀ ਕਰਨਗੇ, ਟ੍ਰੀਟੀ ਕਰਨ ਦੀ ਕੋਸ਼ਿਸ਼ ਕਰਨਗੇ, ਉਹਨਾਂ ਨੂੰ ਕੋਈ ਨਾ ਕੋਈ ਸੈਟਲਮੈਂਟ ਦੇਣ ਦੀ ਕੋਸ਼ਿਸ਼ ਕਰਨਗੇ, ਜਿਸ ਦਾ ਗੁੱਸਾ ਕਿਹਨਾਂ ਨੂੰ ਹੋਏਗਾ, मैसूर ਵਾਲਿਆਂ ਨੂੰ, ਕਿਉਂਕਿ मैसूर ਨੂੰ ਲੱਗ ਰਿਹਾ ਕਿ ट्रैवनकोर ਜਿਹੜਾ ਹੈਗਾ ਉਹਦੇ ਅੰਡਰ ਹੈ। ਤਾਂ ਇਸ ਦੀ ਵਜ੍ਹਾ ਤੋਂ ਆਪਾਂ ਦੇਖਾਂਗੇ ਕਿ ਜਿਹੜਾ ਟੀਪੂ ਸੁਲਤਾਨ ਹੈ ਉਹ ਅਟੈਕ ਕਰ ਦੇਣਗੇ ਕਿਸ ਦੇ ਉੱਪਰ, ट्रैवनकोर ਦੇ ਉੱਪਰ। ਜਦੋਂ ट्रैवनकोर ਦੇ ਉੱਪਰ ਹਮਲਾ ਕਰ ਦਿੱਤਾ ਗਿਆ ਤਾਂ ਇੱਥੇ ਹੋਏਗਾ ਕਿ ਬ੍ਰਿਟਿਸ਼ਰਸ ਨੂੰ ਟਾਈਮ ਚਾਹੀਦਾ, ਆਪਾਂ ਕਹਿ ਸਕਦੇ ਕਿ ਕੀ ਚਾਹੀਦਾ ਸੀ, ਇੱਕ ਮੌਕਾ ਚਾਹੀਦਾ ਸੀ। ਬ੍ਰਿਟਿਸ਼ਰਸ ਨੇ ਮਰਾਠਾਸ ਦੇ ਨਿਜ਼ਾਮ ਦੇ ਨਾਲ ਮਿਲ ਕੇ ਕੀ ਕਰਤਾ, ਹਮਲਾ ਕਰ ਦਿੱਤਾ ਕਿਸ ਦੇ ਉੱਪਰ, मैसूर ਦੇ ਉੱਪਰ। ਹੁਣ ਇੱਥੇ ਹੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਡਿਫਰੈਂਸ ਬਿਟਵੀਨ हैदर अली ਤੇ ਟੀਪੂ ਸੁਲਤਾਨ। हैदर अली ਨੇ ਕਦੇ ਵੀ ਆਪਣੇ ਜਿੰਨੇ ਵੀ ਦੁਸ਼ਮਣ ਸੀ ਉਹਨਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ, ਪਰ ਇੱਥੇ ਹੀ ਗਲਤੀ ਹੋਏਗੀ ਕਿਸ ਤੋਂ, ਟੀਪੂ ਸੁਲਤਾਨ ਤੋਂ ਗਲਤੀ ਹੋ ਜਾਏਗੀ। ਠੀਕ ਹੈ ਜੀ, ਜਦੋਂ ਤਿੰਨੋਂ ਹੀ ਸਾਈਡ ਤੋਂ ਹਮਲਾ ਹੋ ਗਿਆ ਤਾਂ ਉੱਥੇ ਆਪਾਂ ਦੇਖਾਂਗੇ ਕਿ मैसूर स्टेट ਜਿਹੜੀ ਆ ਕੀ ਹੋ ਜਾਏਗੀ, ਡਿਫੀਟ ਹੋ ਗਈ। ठीक है जी, टीपू सुल्तान डिफीट हो गए, हार गए। तो उस तो बाद ट्रीटी साइन की जाएगी जिसका नाम है ट्रीटी ऑफ सरिंगापट्टम। तो इतने की आपां नूं देखना पेपर के पॉइंट ऑफ व्यू नाल देखिए तो तुहानूं ट्रीटीज़ याद होनी चाहिए। पहली एंग्लो मैसूर वॉर नाल किहड़ी ट्रीटी होएगी, सैकेंड नाल किहड़ी ट्रीटी होएगी तो थर्ड नाल किहड़ी ट्रीटी है, याद रखियो। क्लीयर है जी। फोर्थ दे विच वैसे ही मैसूर जिहड़ा हार जाएगा, कोई ट्रीटी साइन नहीं होएगी। ठीक है जी, टीपू सुल्तान जिहड़े हैं उन्हां दी की हो जानी है, डैथ हो जाएगी फोर्थ एंग्लो मैसूर वॉर दे विच। क्लीयर। तो याद रखियो ट्रीटी ऑफ सरिंगापट्टम, सरिंगापट्टम होर कुछ नहीं, मैसूर वालियां दी की सी, कैपिटल सी, उन्हां दे कैपिटल दे विच जाके ट्रीटी साइन करवाई जा रही है। ठीक है जी, काफ़ी ज़्यादा डिफीट सीगा, हारे सीगे बहुत तगड़े टीपू सुल्तान थर्ड एंग्लो मैसूर वॉर दे विच। क्लीयर। उन्हां दे एरिया दे विच जिहड़ा मैसूर दा एरिया सी, काफ़ी एरिया मराठियां ने ले लिया सी, काफ़ी एरिया जिहड़ा सीगा ब्रिटिशर्स ते आपां गल करिए हैदराबाद दे विच डिवाइड हो गया सी। क्लीयर। तो इस चीज़ का गुस्सा भी थर्ड एंग्लो मैसूर वॉर हार गए, काफ़ी एरिया मराठास लै गए, काफ़ी एरिया हैदराबाद ते ब्रिटिशर ने ले लिया। इस चीज़ का गुस्सा जिहड़ा है की वजह बनेगी भी आपां हुण की लेना, बदला लेना इसका थर्ड एंग्लो मैसूर वॉर हार दा। तो आप देखेंगे कि शुरू होएगी अपनी फोर्थ एंग्लो मैसूर वॉर शुरू होएगी। ठीक है जी। फोर्थ एंग्लो मैसूर वॉर की गल करिए तो किन्हां दे टाइम तो होएगी, आप देखेंगे लॉर्ड वेलेस्ली के टाइम तो होएगी। लॉर्ड वेलेस्ली की करनगे, इन्हां दी काफ़ी इंपॉर्टेंट आप कह सकते हैं पॉलिसी होएगी सब्सिडरी अलायंस। ये किते ना किते मैसूर नूं कहणगे कि तुसीं जिहड़ा सब्सिडरी अलायंस दे विच आ जाओ। हुण ये सब्सिडरी अलायंस की हुंदा है, ਅੱਜ ਦੇ ਵੀਡੀਓ ਦੇ ਲਾਸਟ ਲੈਕਚਰ ਜਿਹੜਾ ਆਪਾਂ ਪੁਆਇੰਟ ਦੇਖਾਂਗੇ ਉਹ ਹੀ ਪੜਾਂਗੇ ਸਬਸਿਡਰੀ ਅਲਾਈਅੰਸ ਬਾਰੇ। ਠੀਕ ਹੈ ਜੀ। ਅੱਜ ਸਿਰਫ ਤੁਸੀਂ ਯਾਦ ਰੱਖ ਲਓ ਕਿ ਲਾਰਡ ਵੈਲੈਸਲੀ ਜਿਹੜੇ ਨੇ ਮੈਸੂਰ ਨੂੰ ਫੋਰਸ ਕਰ ਰਹੇ ਨੇ ਕਿ ਤੁਸੀਂ ਜਿਹੜਾ ਸਬਸਿਡਰੀ ਅਲਾਈਅੰਸ ਦੇ ਅੰਡਰ ਆ ਜਾਓ, ਪਰ ਬ੍ਰਿਟਿਸ਼ ਜਿਹੜੇ ਟੀਪੂ ਸੁਲਤਾਨ ਨੇ ਉਹ ਕੀ ਕਰਨਗੇ, ਇਸ ਨੂੰ ਰਿਫਿਊਜ਼ ਕਰ ਦੇਣਗੇ। ਹੁਣ ਟੀਪੂ ਸੁਲਤਾਨ ਚਾਹੁੰਦੇ ਨੇ ਕਿ ਥਰਡ ਐਂਗਲੋ ਮੈਸੂਰ ਵਾਰ 'ਚ ਉਹਨਾਂ ਦੀ ਹਾਰ ਹੋਈ ਹੈ ਤਾਂ ਇਹਦੀ ਕਿਤੇ ਨਾ ਕਿਤੇ ਬਦਲਾ ਲੈਣਾ। ਹੁਣ ਬਦਲਾ ਕਿਵੇਂ ਲੈਣਾ ਹੈ ਤਾਂ ਕੋਈ ਲੱਭੋ ਜੀ ਫ੍ਰੈਂਚ ਜਿਹੜੇ ਕੀ ਹੋਣ ਜਾਂ ਕੋਈ ਯੂਰੋਪੀਅਨ ਤਾਕਤ ਜਿਹੜੇ ਕੀ ਕਰ ਸਕਣ, ਉਹਨਾਂ ਦੀ ਪਾਵਰ ਨੂੰ ਵਾਪਸ ਲੈ ਕੇ ਆਣ ਸਕਣ। ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਕੋਲ ਇੱਕ ਯੂਰੋਪੀਅਨ ਤਾਕਤ ਹੈ ਜਿਹਦਾ ਨਾਮ ਹੈ ਫ੍ਰੈਂਚ। ਤਾਂ ਉਹ ਕੀ ਕਰਨਗੇ, ਫ੍ਰੈਂਚ ਦੇ ਨਾਲ ਆਪਣੇ ਜੇ ਕਹਿ ਸਕਦੀ ਹੈ ਕਿ ਰਿਲੇਸ਼ਨ ਜਿਹੜੇ ਨੇ ਇੰਕਰੀਜ਼ ਕਰਨ ਦੀ ਕੋਸ਼ਿਸ਼ ਕਰਨਗੇ। ਠੀਕ ਹੈ ਜੀ। ਫ੍ਰੈਂਚ ਦੀ ਵੈਸੀ ਤਾਕਤ ਜ਼ਿਆਦਾ ਸੀਗੀ ਤਾਂ ਉਹਨਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਇੰਟਰੈਕਸ਼ਨ ਕਰਨ ਦੀ ਜ਼ਰੂਰਤ ਹੋਏਗੀ ਤਾਂ ਕਿ ਜਿਹੜੇ ਨੇ ਟੀਪੂ ਸੁਲਤਾਨ ਉਹਨਾਂ ਦੀ ਆਰਮੀ ਇੰਕਰੀਜ਼ ਹੋ ਸਕੇ, ਉਹਨਾਂ ਦੀ ਆਰਮੀ ਜਿਹੜੀ ਹੈ ਪਾਵਰਫੁਲ ਹੋ ਸਕੇ। ਕਲੀਅਰ। ਤਾਂ ਇੱਥੇ ਆਪਾਂ ਦੇਖਾਂਗੇ ਹੁਣ ਕੀ ਕਰਨਗੇ ਟੀਪੂ ਸੁਲਤਾਨ, ਫ੍ਰੈਂਚ ਨਾਲ ਆਪਣੇ ਇੰਟਰੈਕਸ਼ਨ ਵਧਾਉਣ ਨੂੰ, ਫ੍ਰੈਂਚ ਦੇ ਨਾਲ ਆਪਾਂ ਕਹਿ ਸਕਦੇ ਹਾਂ ਆਪਣਾ ਰਿਲੇਸ਼ਨ ਜਿਹੜੇ ਨੇ ਸਟਰੋਂਗ ਕਰਨ ਨੂੰ। ਤਾਂ ਇੱਥੇ ਆਪਾਂ ਦੇਖਦੇ ਹਾਂ ਕਿ ਜਿਹੜੇ ਟੀਪੂ ਸੁਲਤਾਨ ਨੇ ਇਹ ਮੈਂਬਰ ਬਣ ਜਾਣਗੇ ਕਿਸ ਦੇ, ਜੈਕੋਬੀਅਨ ਕਲੱਬ ਦੇ। ਠੀਕ ਹੈ ਜੀ। ਤੇ ਇੱਥੇ ਆਪਾਂ ਦੇਖਦੇ ਹਾਂ ਕਿ ਇੱਕ ਟਰੀ ਪਲਾਂਟ ਕੀਤੀ ਜਾਏਗੀ, ਟਰੀ ਆਫ ਲਿਬਰਟੀ ਐਟ ਸਰਿੰਗਾਪਟਮ। ਸਰਿੰਗਾਪਟਮ ਇਹਨਾਂ ਦੀ ਕੀ ਹੈ, ਕੈਪੀਟਲ। ਠੀਕ ਹੈ ਜੀ। ਯਾਦ ਰੱਖਿਓ ਐਜ਼ ਇਟ ਇਜ਼ ਹੀ ਕਈ ਵਾਰ ਕੁਐਸਚਨ ਆ ਜਾਂਦਾ ਕਿ ਟਰੀ ਆਫ ਲਿਬਰਟੀ ਕਿਹਨਾਂ ਨੇ ਪਲਾਂਟ ਕੀਤੀ ਸੀ ਤੇ ਜੈਕੋਬੀਅਨ ਕਲੱਬ ਜਿਹੜਾ ਹੈਗਾ ਕਿਸ ਦੇ ਨਾਲ ਰਿਲੇਟਿਡ ਹੈ। ਕਲੀਅਰ। ਉਸ ਤੋਂ ਬਾਅਦ ਦੇਖੋ ਜੀ, ਜਦੋਂ ਇੰਨੇ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਟੀਪੂ ਸੁਲਤਾਨ ਨੇ ਫ੍ਰੈਂਚ ਦੇ ਨਾਲ ਜਾਣ ਦੀ ਕੋਸ਼ਿਸ਼ ਕਰਨਗੇ ਤਾਂ ਕਿਤੇ ਨਾ ਕਿਤੇ ਗੁੱਸਾ ਕਿਹਨਾਂ ਨੂੰ ਹੋਏਗਾ, ਆਪਾਂ ਦੇਖਾਂਗੇ ਕਿ ਜਿਹੜੇ ਬ੍ਰਿਟਿਸ਼ਰ ਨੇ ਉਹ ਇਸ ਚੀਜ਼ ਤੋਂ ਕਾਫੀ ਜ਼ਿਆਦਾ ਗੁੱਸਾ ਹੋਣਗੇ ਕਿਉਂਕਿ ਉਹ ਦੇਖ ਚੁੱਕੇ ਨੇ ਕਿ ਫ੍ਰੈਂਚ 'ਚ ਜ਼ਿਆਦਾ ਇਹਨਾਂ ਦੀ ਪਾਵਰ ਇੰਕਰੀਜ਼ ਹੋਈ ਤਾਂ ਅਮਰੀਕਾ ਵਰਗਾ ਹਾਲ ਹੋ ਜਾਣਾ ਇੰਡੀਆ ਦਾ। ਠੀਕ ਹੈ ਜੀ। ਤਾਂ ਜਿਹੜੇ ਬ੍ਰਿਟਿਸ਼ਰ ਨੇ ਉਹ ਐਂਡ 'ਚ ਕੀ ਕਰਨਗੇ, ਮੈਸੂਰ ਦੇ ਉੱਪਰ ਵਾਰ ਡਿਕਲੇਅਰ ਕਰ ਦੇਣਗੇ, ਜਿਸ ਦੇ ਵਿੱਚ ਆਪਾਂ ਦੇਖਾਂਗੇ ਕਿ ਮੈਸੂਰ ਜਿਹੜਾ ਹੈਗਾ ਹਾਰ ਜਾਏਗਾ, ਟੀਪੂ ਸੁਲਤਾਨ ਦੀ ਕੀ ਹੋ ਜਾਏਗੀ, ਡੈਥ ਹੋ ਜਾਏਗੀ ਤੇ ਐਂਡ ਦੇ ਵਿੱਚ ਜਿਹੜਾ ਮੈਸੂਰ ਸਟੇਟ ਹੈ ਉਹ ਤੋਂ ਕੀ ਕਰਵਾ ਲਿੱਤਾ ਜਾਏਗਾ, ਸਬਸਿਡਰੀ ਅਲਾਈਅੰਸ ਸਾਈਨ ਕਰਵਾ ਲਿੱਤਾ ਜਾਏਗਾ। ਕਲੀਅਰ। ਟੀਪੂ ਸੁਲਤਾਨ ਕੋਈ ਟਰੀਟੀ ਸਾਈਨ ਨਹੀਂ ਕਰਦੇ। फोर्थ एंग्लो मैसूर वॉर टीपू सुल्तान की डैथ हो जाएगी तो उस तो बाद वोडियार डायनेस्टी होंगी है जी, वोडियार डायनेस्टी तो साइन करवा लिया जाता है कि तुसी की हुण साडे अंडर सबसिडरी अलायंस के अंडर आ गए। क्लीयर। तो इस दे नाल की होएगा आ सारी स्टेट जी हैगी है मैसूर की, आ सारा एरिया जिहड़ा है नीचे वाला
ਬ੍ਰਿਟਿਸ਼ਰਸ ਦੇ ਅੰਡਰ ਆ ਗਿਆ। ਠੀਕ ਹੈ ਜੀ, ਸਬਸਿਡਰੀ ਅਲਾਈਅੰਸ ਦੇ ਅੰਡਰ ਪਹਿਲਾਂ ਹੀ हैदराबाद वाला एरिया आ चुका है, ट्रैवनकोर ने भी साइन करते तो उस तो बाद मैसूर भी कर लिया। ठीक है जी, उस तो बाद जो गल करिए बंगाल ब्रिटिशर कोल पहला ही है, अवध उन्होंने कोल पहला ही हार चुके हैं। ठीक है जी, तो नीचे वाला एरिया सारा की हुण ब्रिटिशर्स दे कोल आ चुके हैं। हुण इकलौती पावर ਜਿਹੜੇ बच्चे ने डेक्कन ਦੇ ਵਿੱਚ ਉਹ कौन ने, ਉਹ ਨੇ ਮਰਾਠਾਸ। ਹੁਣ मतलब कि ਆਪਾਂ ਕਿਹਨਾਂ ਬਾਰੇ ਪੜਾਂਗੇ, ਹੁਣ ਬ੍ਰਿਟਿਸ਼ਰ ਪੰਗਾ ਲੈਣਗੇ ਮਰਾਠਾਸ ਦੇ ਨਾਲ। ठीक है जी, एज इट इज़ आप जी की कर रहे हैं, सिंपल क्रोनोलॉजी याद कर रहे हैं कि पहला मैसूर आया, फिर मराठास, उस तो पहला बंगाल। पर आप की करेंगे इन्होंने अगे जाके थोड़ा जिहा होर डीप पढ़ेंगे कि मैसूर की पहली लड़ाई कदों होएगी, मराठास की पहली लड़ाई कदों होएगी, वो सारा होर डीप च पढ़ाएंगे। ठीक है जी, चलो जी अगे गल करते हैं आप मराठा वॉर की, एंग्लो मराठा वॉर्स। ठीक है जी, हुण यही मराठास ने जिहड़े मैसूर दे विच ब्रिटिशर नाल की कर रहे हैं, हैल्प कर रहे हैं। पर किते ना किते ब्रिटिशर्स नूं ये भी पता है कि मराठास नूं भी हराना जरूरी है। ठीक है जी, तो वो किते ना किते मराठास दे की लभणगे, एक कमजोरी लभणगे। क्योंकि मराठास देखो जी, जो आप गल करते हैं ना मराठास की, तो मराठास की है, ये एक ग्रुप है। सपोज कर लो कि एक वड्डी आप कहते हैं अंपायर नहीं हैगा, ये छोटे छोटे की ने अंपायर्स ने जिहड़े मिलके एक ग्रुप बनाए जिन्होंने आप की कहने मराठास कहने। जे मराठास की गल करांगे तो मराठास के अंडर ही अलग अलग ग्रुप आ जाते हैं, जिवें गल करिए आप सिंधियास आ जाते हैं। ठीक है जी, इस दे अंडर ही आप देखेंगे होलकर आ जाएंगे, तो इस दे अंडर ही जो गल करिए पेशवाज आ जाएंगे, इस दे अंडर ही आप देखेंगे भोंसले आ जाएंगे, ये अलग अलग आते हैं। ठीक है जी, ये सारे आप डिस्कस कदों करते हैं, ये सारे आप डिस्कस मिडीवल हिस्टरी करते हैं। ये सारे रल के की करनगे, रल के मराठास बन जाएंगे, तो ये की करते हैं फिर लड़ाई करते हैं। ठीक है जी, थर्ड बैटल ऑफ पानीपत तो बाद मराठास की पावर डिक्रीज हो रही है। थर्ड बैटल ऑफ पानीपत तो बाद, थर्ड बैटल ऑफ पानीपत अपनी कदों होएगी 1761 ਦੇ ਵਿੱਚ ਹੋਏਗੀ। इस तो बाद मराठास की पावर डिक्रीज हो रही है, इन्ना आप सबको पता है। ठीक है जी, हुण ब्रिटिशर्स जिहड़े ने वो एक मौका लभ रहे हैं कि किसी ना किसी तरह मराठा किंगडम दे विच वड़िया जाए एक बार। ठीक है जी, पर वो देख की रहे ने सारे इकट्ठे ने। हुण आपां पंजाबी दे विच काफ़ी बार देखते हैं कि जे सारे इकट्ठे ने, जद तक सारे इकट्ठे ने तो की है स्ट्रोंग ने, पावरफुल ने। पर जदों कोई आपस ही लड़न लग जाण तो उदों जिहड़ा है कोई ना कोई आप कह सकते हैं आंढ गुआंढ जिहड़ा है वो इस चीज़ का की करते हैं, एनीमीज़ ने, दुश्मन ने, वो इस चीज़ का की करते हैं, फायदा चकते हैं। ठीक है जी, जदों तक जे गल करिए मराठास की, ये सारे इकट्ठे ने तो ये हारनगे नहीं। पर जब आपस लड़न लग गए तो आप देखेंगे हारनगे भी। तो इस चीज़ का फायदा कौन चक्कणगे, ब्रिटिशर्स चक्कणगे। किहड़ी पॉलिसी हुंदी उन्हां दी पॉलिसी हुंदी है डिवाइड एंड रूल। ठीक है जी, आप अगे भी पढ़ाएंगे ब्रिटिशर की एक पॉलिसी डिवाइड एंड रूल। ठीक है जी, चलो जी गल शुरू करते हैं। सब तो पहला फर्स्ट एंग्लो मराठा वॉर की क्यों होएगी, एंग्लो मराठा वॉर क्यों ब्रिटिशर आए, कित्थे उन्होंने आप कह सकते हैं कि जगह लभी कि हुण आप मराठा किंगडम च की कर सकते हैं, एंटर कर सकते हैं। ठीक है जी, देखो इत्थे की हुंदा है, जिन्ने भी हाउसिस ने, जे आप गल करिए पेशवा ने, होलकर ने, सिंधिया ने या पवार्स ने। ठीक है जी, इन्हां सारियां दे एक की हुंदा है, एक हैड हुंदा है, जिन्हों आप की कहना है, जिन्हों आप कहा जाता है पेशवा। पेशवा की करता है, जदों लड़ाई होएगी तो उन्होंने हैड करेगा। ठीक है जी, लड़ाई किस चीज़ की है हुण इत्थे कि पेशवा जिहड़े सीगे माधव राव। ठीक है जी, माधव राव कौन सी जिन्हों के टाइम तो लड़ाई होएगी किहड़ी, थर्ड बैटल ऑफ पानीपत। थर्ड बैटल ऑफ पानीपत की लड़ाई तो बाद माधव राव की हो जाएगी, उस तो थोड़ी जी देर तो बाद माधव राव की डैथ हो जाती है। ठीक है जी, जो माधव राव की डैथ होगी तो उन्होंने तो बाद अगला जो पेशवा बनाया जाएगा वो किन्होंने बनाया जाएगा, तो अगला पेशवा जोड़ा है माधव राव के बेटे नारायण राव बना दिता जाता है। ठीक है जी, इत्थे ही गड़बड़ होनी शुरू होएगी। हुण माधव राव दे किनू बना दिता गया, आप गल करिए बेटे नूं बना दिता गया पेशवा अगला नारायण राव। पर बनना कौन चाहता सी, बनना चाहता सी माधव राव का भरा जिहदा नाम सी रघुनाथ राव। ठीक है जी, बनना कौन चाहता सी, चाचा या ताया बनना चाहता सी, बना के नहीं दिता अगे पेशवा उहदे बेटे नूं बना दिता गया। तो इत्थे होएगा कि इत्थे सेम चीज़ आप देखने को मिलेगी कि जिहड़ा रघुनाथ राव है एक कॉन्स्पिरेसी रचेगा, एक षड्यंत्र रचेगा, तो नारायण राव की की कर देगा, हत्या कर देगा। ठीक है जी, उन्होंने मरवा दिता जाएगा, नारायण राव नूं मरवा दिता जाएगा। तो रघुनाथ राव खुद नूं की कहेगा कि मैं इस तो बाद की हाँ, मैं हाँ पेशवा। हुण एवें पॉसिबल हो सकता है कोई जिहड़ा पेशवा है उन्होंने मार दिता जाए तो अगला बंदा आई कहे मैं पेशवा, नहीं ना। चाहिए की है, जब तक नीचे वाले आ हाउसिस ने जिहड़े सिंधिया ने, होलकर ने, भोंसले ने, ये जब तक तुहानूं मनदे ही नहीं पेशवा, तुसीं पेशवा हो किवें, हो ही नहीं सकते। इन्हां ने ही तो रल के किनूं बनाया, नारायण राव नूं। तुसीं नारायण राव नूं मारता तो तुसीं कहता मैं पेशवा, ये हो सकता है, नहीं हो सकता। ठीक है जी, इत्थे ही गलती होएगी। नारायण राव की हत्या तो बाद जिहड़े रघुनाथ राव ने उन्होंने पेशवा कोई मन्नेगा ही नहीं। प्लस उन्होंने हुण सारे उन्होंने पिछे ने कि इन्होंने तो मारना ही है, क्योंकि इन्होंने साडे पेशवा की कीती है, जान लीती है। तो हुण रघुनाथ राव कोल की बचा, कोई आर्मी नहीं, कोई किंगडम नहीं। जो कोई तुहाडे कोल आर्मी नहीं, किंगडम नहीं, तो तुसीं की करोगे, तुसीं अपनी जान बचानी है, तुसीं जान बचानी है। प्लस तुहानूं एक आर्मी चाहिए जिहड़ी तुहानूं की करे, बाय फोर्स
ਆਪਾਂ ਕਹਿੰਦੇ ਕਿ ਬਲ ਦੇ ਪ੍ਰਯੋਗ ਨਾਲ ਉਹ ਤੁਹਾਨੂੰ ਕੀ ਕਰੇ, ਪੇਸ਼ਵਾ ਬਣਾ ਕੇ ਰੱਖੇ। ਠੀਕ ਹੈ ਜੀ, ਤਾਂ ਇੱਥੇ ਦੇਖਿਆ ਜਾਏਗਾ ਕਿ ਆਸੇ ਪਾਸੇ ਕਿ ਕਿਹੜੀ ਇੱਕ ਪਾਵਰ ਹੈ ਜਿਹੜੀ ਜ਼ਿਆਦਾ ਸਟਰੋਂਗ ਹੈ ਤੇ ਜਿਹੜੀ ਆਪਣੀ ਆਰਮੀ ਜਿਹੜੀ ਹੈ ਕਿਰਾਏ ਤੇ ਵੀ ਦਿੰਦੀ ਹੈ। ਤਾਂ ਰਘੁਨਾਥ ਰਾਓ ਨੂੰ ਕੀ ਦਿਖੇਗੀ, ਬ੍ਰਿਟਿਸ਼ਰ ਦਿਖਣਗੇ। ਤਾਂ ਉਹ ਬ੍ਰਿਟਿਸ਼ਰ ਨਾਲ ਕੀ ਕਰਨਗੇ, ਇੱਕ ਟ੍ਰੀਟੀ ਸਾਈਨ ਕਰ ਲੈਣਗੇ। ਠੀਕ ਹੈ ਜੀ, ਬ੍ਰਿਟਿਸ਼ਰ ਨਾਲ ਇੱਕ ਟ੍ਰੀਟੀ ਸਾਈਨ ਕਰ ਲੈਣਗੇ ਕਿ ਸਰ ਤੁਸੀਂ ਮੈਨੂੰ ਆਪਣੀ ਆਰਮੀ ਦੇ ਦਿਓ, ਕੁਝ ਬੰਦੇ ਦੇ ਦਿਓ, ਉਹ ਮੈਨੂੰ ਕੀ ਕਰਨਗੇ, ਪ੍ਰੋਟੈਕਟ ਕਰਨਗੇ। ਮੈਂ ਕੌਣ ਹੈ ਜੀ, ਮੈਂ ਆ ਪੇਸ਼ਵਾ, ਚਾਹੇ ਮੰਨਦਾ ਨਹੀਂ ਕੋਈ ਪੇਸ਼ਵਾ ਤੁਹਾਨੂੰ। ਠੀਕ ਹੈ ਜੀ, ਸੇਮ ਇੱਥੇ ਯਾਦ ਰੱਖਿਓ ਟ੍ਰੀਟੀ ਸਾਈਨ ਹੋਏਗੀ ਕਿਹਦੇ ਵਿੱਚ, ਰਘੁਨਾਥ ਰਾਓ ਦੇ ਵਿੱਚ ਤੇ ਬ੍ਰਿਟਿਸ਼ਰਸ ਦੇ ਵਿੱਚ। ਠੀਕ ਹੈ ਜੀ, ਉਸ ਟ੍ਰੀਟੀ ਨੂੰ ਕੀ ਕਹਿੰਦੇ, ਉਸ ਟ੍ਰੀਟੀ ਨੂੰ ਕਹਿੰਦੇ ਟ੍ਰੀਟੀ ਆਫ ਸੂਰਤ। ਠੀਕ ਹੈ ਜੀ, ਹੁਣ ਤੁਹਾਡੇ ਹਿਸਾਬ ਨਾਲ ਟ੍ਰੀਟੀ ਆਫ ਸੂਰਤ ਦੇ ਵਿੱਚ ਬ੍ਰਿਟਿਸ਼ਰਸ ਤੋਂ ਤਾਂ ਆਰਮੀ ਮੰਗੀ ਗਈ, ਉਹਨਾਂ ਨੇ ਤਾਂ ਆਰਮੀ ਦੇਤੀ, ਬ੍ਰਿਟਿਸ਼ਰ ਕੀ ਲੈਣਗੇ, ਬ੍ਰਿਟਿਸ਼ਰ ਕਰਨ ਕੀ ਆਏ ਸੀ ਇੰਡੀਆ, ਬ੍ਰਿਟਿਸ਼ਰ ਸਿਰਫ ਲੁੱਟਣ ਆਏ ਨੇ। ਤਾਂ ਉਹ ਕੀ ਕਹਿਣਗੇ ਕਿ ਸਰ ਚਲੋ ਐਵੇਂ ਕਰੋ, ਟ੍ਰੀਟੀ ਆਫ ਸੂਰਤ ਹੈ, ਸੂਰਤ ਤੋਂ ਜਿੰਨਾ ਟ੍ਰੇਡ ਹੁੰਦਾ ਤੇ ਇਹਦੇ ਆਸੇ ਪਾਸੇ ਵਾਲਾ ਜਿੰਨਾ ਵੀ ਰੈਵਨਿਊ ਹੋਏਗਾ ਉਹ ਸਾਡਾ। ਰਘੁਨਾਥ ਰਾਓ ਮਨਾ ਕਰ ਸਕਦਾ ਹੈ, ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ, ਉਹਦੇ ਕੋਲ ਕਿਹੜਾ ਆਰਮੀ ਹੈ, ਉਹਨੇ ਕੀ ਕਰਨਾ ਹੈ, ਉਹਨੂੰ ਤਾਂ ਆਰਮੀ ਬ੍ਰਿਟਿਸ਼ਰ ਦੀ ਮਿਲੇਗੀ ਤਾਂ ਹੀ ਉਹਨੂੰ ਜਾ ਕੇ ਅੱਗੇ ਪੇਸ਼ਵਾ ਬਣਾਉਣਗੇ ਉਹ। ਠੀਕ ਹੈ ਜੀ, ਉਹ ਕਹੇਗਾ ਕੋਈ ਗੱਲ ਨਹੀਂ, ਜੋ ਲੈਣਾ ਲਓ, ਮੈਨੂੰ ਪੇਸ਼ਵਾ ਦਾ ਬਣਾਓ। ਕਲੀਅਰ। ਤਾਂ ਇੱਥੇ ਆਪਾਂ ਦੇਖਾਂਗੇ ਕਿ ਬ੍ਰਿਟਿਸ਼ਰਸ ਦੀ ਤੇ ਮਰਾਠਾਸ ਜਿਹੜੇ ਨੇ, ਜਿਨ੍ਹਾਂ 'ਚ ਆਪਾਂ ਕੀ ਕਹਿੰਦੇ ਹਾਂ ਭੋਂਸਲੇ ਨੇ, ਸਿੰਧੀਆ ਨੇ, ਹੋਲਕਰ ਨੇ, ਇਹਨਾਂ ਦੀ ਹੁਣ ਕੀ ਹੋਏਗੀ, ਲੜਾਈ ਹੋਏਗੀ। ਕਾਫੀ ਲੰਬਾ ਜਿਹੜੀ ਹੈ ਕੀ ਚੱਲੇਗੀ, ਇਹ ਲੜਾਈ ਚੱਲੇਗੀ। ਠੀਕ ਹੈ ਜੀ, ਐਂਡ ਦੇ ਵਿੱਚ ਆਪਾਂ ਗੱਲ ਕਰਾਂਗੇ, ਜ਼ਿਆਦਾ ਲੰਬਾ ਨਹੀਂ ਚੱਲਦਾ ਕਿਉਂਕਿ ਪੰਜਾਬ ਦੇ ਪੇਪਰ 'ਚ ਇੰਨਾ ਡੀਪ ਪੁੱਛਿਆ ਨਹੀਂ ਜਾਂਦਾ। ਤਾਂ ਯਾਦ ਰੱਖਿਓ ਕਿ ਫਸਟ ਐਂਗਲੋ ਜਿਹੜੀ ਮਰਾਠਾ ਵਾਰ ਹੈ, ਐਂਡ ਦੇ ਵਿੱਚ ਕੀ ਕੀਤਾ ਜਾਏਗਾ, ਆਪਾਂ ਟ੍ਰੀਟੀ ਸਾਈਨ ਹੋਏਗੀ। ਤਾਂ ਟ੍ਰੀਟੀ ਦਾ ਨਾਮ ਯਾਦ ਰੱਖ ਲਿਓ, ਟ੍ਰੀਟੀ ਆਫ ਸਾਲਬਾਈ। ਠੀਕ ਹੈ ਜੀ, ਟ੍ਰੀਟੀ ਕਿਵੇਂ ਹੋਏਗੀ, ਟ੍ਰੀਟੀ ਆਫ ਸਾਲਬਾਈ। ਕਾਫੀ ਲੰਬੀ ਚੱਲਦੀ ਹੈ ਲੜਾਈ, ਤਾਂ ਐਂਡ ਦੇ ਵਿੱਚ ਟ੍ਰੀਟੀ ਜਿਹੜੀ ਕੀਤੀ ਜਾਏਗੀ ਲੜਾਈ ਖਤਮ ਕਰਨ ਲਈ, ਉਹ ਕੀਤੀ ਜਾਏਗੀ ਟ੍ਰੀਟੀ ਆਫ ਸਾਲਬਾਈ। ਟ੍ਰੀਟੀ ਆਫ ਸਾਲਬਾਈ ਦੇ ਵਿੱਚ ਬ੍ਰਿਟਿਸ਼ਰ ਨੂੰ ਵੀ ਇੱਕ ਚੀਜ਼ ਪਤਾ ਹੈ ਕਿ ਰਘੁਨਾਥ ਰਾਓ ਨੂੰ ਕਿਸੇ ਨੇ ਕੀ ਨਹੀਂ ਮੰਨਣਾ, ਪੇਸ਼ਵਾ ਤਾਂ ਮੰਨਣਾ ਨਹੀਂ। ਤਾਂ ਇੱਥੇ ਕੀ ਕੀਤਾ ਜਾਏਗਾ, ਟ੍ਰੀਟੀ ਆਫ ਸਾਲਬਾਈ ਦੇ ਵਿੱਚ ਕਹਿ ਦਿੱਤਾ ਜਾਏਗਾ ਕਿ ਜਿਹੜੇ ਰਘੁਨਾਥ ਰਾਓ ਹੈ ਇਹਨੂੰ ਕੀ ਕਰ ਦਿੰਦੇ, ਪੈਨਸ਼ਨ ਆਫ ਕਰ ਦਿੰਦੇ ਆ, ਕਿ ਇਹਨਾਂ ਨੂੰ ਅਸੀਂ ਆਪਣਾ ਪਹਿਲੀ ਤਾਂ ਗੱਲ ਹੈ ਪੇਸ਼ਵਾ ਨਹੀਂ ਮੰਨਦੇ, ਦੂਜਾ ਇਹਨਾਂ ਨੂੰ ਪੈਨਸ਼ਨ ਦੇ ਕੇ ਸਾਈਡ ਕਰ ਦਿਓ। ਠੀਕ ਹੈ ਜੀ, ਉਸ ਤੋਂ ਬਾਅਦ ਨਾਰਾਇਣ ਰਾਓ ਦੀ ਡੈਥ ਹੋ ਗਈ ਸੀ। ਨਾਰਾਇਣ ਰਾਓ ਦੇ ਛੋਟੇ ਬੇਟੇ ਨੂੰ, ਜਿਹੜਾ ਕਾਫੀ ਛੋਟੇ ਏਜ ਦੇ ਹੋਣਗੇ, ਠੀਕ ਹੈ ਜੀ, ਉਹਨਾਂ ਨੂੰ ਕੀ ਬਣਾ ਦਿੱਤਾ ਜਾਏਗਾ, ਪੇਸ਼ਵਾ ਬਣਾ ਦਿੱਤਾ ਜਾਂਦਾ। ਤਾਂ ਅਗਲਾ ਨਾਮ ਯਾਦ ਰੱਖਿਓ, ਮਾਧਵ ਨਾਰਾਇਣ ਰਾਓ, ਜਾਂ ਫਿਰ ਇਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਸਵਾਈ ਮਾਧਵ ਰਾਓ ਵੀ ਕਹਿ ਦਿੰਦੇ ਹਾਂ। ਠੀਕ ਹੈ ਜੀ, ਅਗਲੇ ਪੇਸ਼ਵਾ ਕਿਹਨਾਂ ਨੂੰ ਬਣਾ ਦਿੱਤਾ ਗਿਆ, ਸਵਾਈ ਮਾਧਵ ਰਾਓ ਨੂੰ। ਕਲੀਅਰ। ਇੱਥੇ ਆਪਣੀ ਇਹ ਸੀਗੀ ਫਸਟ ਐਂਗਲੋ ਮਰਾਠਾ ਵਾਰ, ਕਿਹਦੀ ਵਜ੍ਹਾ ਤੋਂ ਹੋਏਗੀ, ਰਘੁਨਾਥ ਰਾਓ ਦੀ ਵਜ੍ਹਾ ਤੋਂ ਹੋਏਗੀ। ਬ੍ਰਿਟਿਸ਼ਰ ਨੂੰ ਕੀ ਮਿਲ ਗਿਆ, ਮੌਕਾ ਮਿਲ ਗਿਆ। ਕਲੀਅਰ, ਕਿਉਂਕਿ ਰਘੁਨਾਥ ਰਾਓ ਨੂੰ ਆਰਮੀ ਦੀ ਜ਼ਰੂਰਤ ਸੀ, ਤਾਂ ਉਹ ਸਾਰਾ ਜਿਹੜਾ ਹੈਗਾ ਆਪਾਂ ਡਿਸਕਸ ਕੀਤਾ। ਕਲੀਅਰ। ਪਰ ਹੁਣ ਇੱਥੇ ਜੇ ਗੱਲ ਕਰੀਏ, ਬ੍ਰਿਟਿਸ਼ਰ ਨੇ ਤਾਂ ਗੱਲ ਮੰਨ ਲਈ ਮਰਾਠਾਸ ਦੀ ਕਿ ਅਸੀਂ ਸਰ ਕੀ ਕਰਦੇ, ਰਘੁਨਾਥ ਰਾਓ ਦਾ ਬੈਕਿੰਗ ਨਹੀਂ ਕਰਦੇ, ਅਸੀਂ ਇਹਦੀ ਸਪੋਰਟ ਹੀ ਨਹੀਂ ਕਰਦੇ। ਠੀਕ ਹੈ ਜੀ, ਤੁਸੀਂ ਜਿਹੜੇ ਬੰਦੇ ਨੂੰ ਕਿਹਾ, ਤੁਸੀਂ ਕਿਹਾ ਕਿ ਮਾਧਵ ਨਾਰਾਇਣ ਰਾਓ ਨੂੰ ਪੇਸ਼ਵਾ ਮੰਨ ਲਓ, ਤਾਂ ਅਸੀਂ ਕਹਿੰਦੇ ਠੀਕ ਹੈ, ਪਰ ਸਾਨੂੰ ਬਦਲੇ 'ਚ ਕੀ ਮਿਲੇਗਾ, ਆਪਾਂ 7 ਸਾਲ ਹੋ ਗਏ, 8 ਸਾਲ ਹੋ ਗਏ ਲੜਦਿਆਂ ਨੂੰ, ਤੁਸੀਂ ਜੋ ਗੱਲ ਕਹੀ ਅਸੀਂ ਮੰਨ ਲਈ, ਅਸੀਂ ਗੱਲ ਕੀ ਕਹੀਏ ਹੁਣ ਤੁਹਾਨੂੰ ਜਿਹੜੀ ਤੁਸੀਂ ਮੰਨੋਗੇ। ਤਾਂ ਬ੍ਰਿਟਿਸ਼ਰ ਵੀ ਤਾਂ ਆਪਣੀ ਕੋਈ ਗੱਲ ਕੀ ਕਰਨਗੇ, ਮਨਾਣਗੇ। ਤਾਂ ਬ੍ਰਿਟਿਸ਼ਰ ਵੀ ਇੱਥੇ ਦੇਖਣਗੇ ਕਿ ਐਂਡ ਦੇ ਵਿੱਚ ਕੀ ਕਰਨਗੇ, ਮਨਾਣਗੇ ਗੱਲ, ਤੇ ਉਹ ਕੀ ਕਹਿਣਗੇ ਕਿ ਸਰ ਅੱਜ ਤੋਂ ਬਾਅਦ ਮਰਾਠਾਸ ਦੀ ਜਿਹੜੀ ਕੋਈ ਵੀ ਏਰੀਆ ਹੈ ਉਹ ਕਿਹਨੂੰ ਨਹੀਂ ਦੇਣਾ, ਤੁਸੀਂ ਫ੍ਰੈਂਚ ਨੂੰ ਨਹੀਂ ਦੇਣਾ। ਜਿਹੜੀ ਫ੍ਰੈਂਚ ਤਾਕਤ ਹੈ ਉਹਨੂੰ ਤੁਸੀਂ ਕਿੱਥੇ ਨਹੀਂ ਆਉਣ ਦੇਣਾ, ਗੱਲ ਕਰੀਏ ਤਾਂ ਮਰਾਠਾਸ ਦੇ ਕਿੰਗਡਮ ਦੇ ਵਿੱਚ ਆਉਣ ਨਹੀਂ ਦੇਣਾ। ਠੀਕ ਹੈ ਜੀ, ਕਿਉਂਕਿ ਸਭ ਤੋਂ ਵੱਡਾ ਥ੍ਰੈਟ ਵੀ ਬ੍ਰਿਟਿਸ਼ਰ ਨੂੰ ਇਹ ਸੀਗਾ ਕਿ ਫ੍ਰੈਂਚ ਨੇ ਜਿਹੜੇ, ਇਹਨਾਂ ਦੀ ਪਾਵਰ ਇੰਕਰੀਜ਼ ਨਾ ਹੋਏ। ਜੇ ਫ੍ਰੈਂਚ ਦੀ ਪਾਵਰ ਇੰਕਰੀਜ਼ ਹੋਈ ਤਾਂ ਕਿਤੇ ਨਾ ਕਿਤੇ ਅਮਰੀਕਾ ਵਾਲਾ ਕੰਮ ਕਰਨਗੇ। ਤਾਂ ਬ੍ਰਿਟਿਸ਼ਰ ਕਾਫੀ ਜ਼ਿਆਦਾ ਡਰਦੇ ਨੇ ਫ੍ਰੈਂਚ ਤੋਂ। ਠੀਕ ਹੈ ਜੀ, ਤਾਂ ਉਹਨਾਂ ਨੇ ਟ੍ਰੀਟੀ ਦੇ ਵਿੱਚ ਕਹਿਤਾ ਕਿ ਅਸੀਂ ਮਾਧਵ ਨਾਰਾਇਣ ਰਾਓ ਨੂੰ ਅਗਲਾ ਪੇਸ਼ਵਾ ਮੰਨ ਲੈਂਦੇ ਹਾਂ, ਬਸ ਤੁਸੀਂ ਫ੍ਰੈਂਚ ਨੂੰ ਆਪਣੇ ਏਰੀਆ 'ਚ ਐਂਟਰ ਨਹੀਂ ਹੋਣ ਦੇਣਾ। ਕਲੀਅਰ। ਚਲੋ ਜੀ, ਇਹ ਯਾਦ ਰੱਖਿਓ, ਟ੍ਰੀਟੀ ਆਫ ਸਾਲਬਾਈ ਇੰਪੋਰਟੈਂਟ ਹੈ ਫਸਟ ਐਂਗਲੋ ਮਰਾਠਾ ਵਾਰ ਦੇ ਨਾਲ। ਠੀਕ ਹੈ ਜੀ, ਜਿਹੜਾ ਕਨਕੁਐਸਟ ਹੈ ਨਾ ਆਪਣਾ ਪੰਜਾਬ, ਜੇ ਗੱਲ ਕਰੀਏ ਮਾਡਰਨ ਹਿਸਟਰੀ ਦਾ, ਤਾਂ ਇਹਦੇ ਕੁਐਸਚਨ ਪੰਜਾਬ ਜੇ ਕੁਐਸਚਨ ਗੱਲ ਕਰੀਏ ਤਾਂ ਪੰਜਾਬ ਵਿੱਚ ਇਹੀ ਕੁਐਸਚਨ ਹੀ ਪੈਂਦੇ ਨੇ, ਕਿਹੜੀ ਟ੍ਰੀਟੀ ਕਿਹੜੇ ਆਪਾਂ ਗੱਲ ਕਰੀਏ ਵਾਰ ਦੇ ਨਾਲ ਰਿਲੇਟਡ ਹੈ, ਤੇ ਇਹਦੇ ਉੱਪਰ ਹੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ। ਕਲੀਅਰ। ਤਾਂ ਯਾਦ ਰੱਖ ਲਿਓ, ਪਿੱਛੇ ਵੀ ਆਪਾਂ 2-3 ਹੁਣ ਮੈਸੂਰ ਦੀ ਜਿਵੇਂ 4 ਸੀਗੀਆਂ, 4 ਦੇ ਵਿੱਚੋਂ 3 'ਚ ਟ੍ਰੀਟੀ ਹੋ ਗਈ। ਪਹਿਲੀ ਜੇ ਗੱਲ ਕਰੀਏ ਮਰਾਠਾ ਵਾਰ, ਤਾਂ ਇੱਥੇ ਟ੍ਰੀਟੀ ਹੋ ਗਈ। ਤਾਂ ਇਹ ਟ੍ਰੀਟੀਜ਼ ਹੀ ਕੁਐਸਚਨ ਬਣ ਗਈਆਂ। ਤਾਂ ਈਅਰ ਪੁੱਛ ਲੈਂਦੇ ਨੇ ਕਈ ਵਾਰ, ਜਾਂ ਫਿਰ ਤੁਹਾਡੇ ਤੋਂ ਕੀ ਪੁੱਛ ਲੈਣਗੇ, ਤੁਹਾਨੂੰ ਵੀ ਦੱਸੋ ਕਿ ਇਹ ਕਿਹੜੀ ਆਪਾਂ ਗੱਲ ਕਰੀਏ ਵਾਰ ਦੇ ਨਾਲ ਰਿਲੇਟਡ ਨੇ। ਠੀਕ ਹੈ ਜੀ, ਚਲੋ ਜੀ ਨੈਕਸਟ ਗੱਲ ਕਰਦੇ ਹਾਂ ਆਪਾਂ ਸੈਕਿੰਡ ਐਂਗਲੋ ਮਰਾਠਾ ਵਾਰ। ਠੀਕ ਹੈ ਜੀ, ਸੈਕਿੰਡ ਐਂਗਲੋ ਮਰਾਠਾ ਵਾਰ ਦੀ ਆਪਾਂ ਗੱਲ ਕਰੀਏ ਤਾਂ ਇੱਥੇ ਆਪਾਂ ਨੂੰ ਦੇਖਣ ਨੂੰ ਮਿਲੇਗਾ ਕਿ ਜਿਹੜਾ ਇਹ ਮਰਾਠਾ ਕਿੰਗਡਮ ਹੈ ਨਾ, ਇਹ ਹੁਣ ਕੀ ਹੋਣ ਵਾਲਾ ਹੈ, ਕਲੈਪਸ ਹੋਣ ਵਾਲਾ ਹੈ। ਠੀਕ ਹੈ ਜੀ, ਇਹਦੇ ਵਿੱਚ ਹੁਣ ਕੀ ਆਣਗੀਆਂ, ਤਰੇੜਾਂ ਆਣਗੀਆਂ, ਇਹ ਆਪਸ 'ਚ ਲੜਨਾ ਸ਼ੁਰੂ ਹੋਣਗੇ। ਠੀਕ ਹੈ ਜੀ, ਜੇ ਗੱਲ ਕਰੀਏ ਫਸਟ ਐਂਗਲੋ ਮਰਾਠਾ ਵਾਰ ਦੀ, ਤਾਂ ਉਹਦੇ ਵਿੱਚ ਆਪਾਂ ਦੇਖਿਆ ਸੀ ਰਘੁਨਾਥ ਰਾਓ ਨੂੰ ਛੱਡ ਕੇ ਬਾਕੀ ਸਾਰੇ ਮਰਾਠਾ ਜਿਹੜੇ ਸੀ ਕੀ ਸੀਗੇ, ਇਕੱਠੇ ਸੀ। ਉਹ ਇਕੱਠੇ ਸੀ ਤਾਂ ਹੀ ਬ੍ਰਿਟਿਸ਼ਰ ਨਾਲ ਲੜਦੇ ਰਹੇ ਤੇ ਹਾਰੇ ਨਹੀਂ, ਤੇ ਐਂਡ ਦੇ ਵਿੱਚ ਟ੍ਰੀਟੀ ਸਾਈਨ ਹੋ ਗਈ, ਟ੍ਰੀਟੀ ਆਫ ਸਾਲਬਾਈ। ਦੇਣਾ ਵੀ ਕੁਝ ਨਹੀਂ ਪਿਆ, ਆਪਣਾ ਜਿਹੜਾ ਬੰਦਾ ਸੀਗਾ ਉਹਨੂੰ ਪੇਸ਼ਵਾ ਬਣਵਾ ਵੀ ਲਿਆ। ਠੀਕ ਹੈ ਜੀ, ਪਰ ਗੱਲ ਕਰਾਂਗੇ ਸੈਕਿੰਡ ਐਂਗਲੋ ਮਰਾਠਾ ਵਾਰ ਦੀ, ਤਾਂ ਉਦੋਂ ਆਪਾਂ ਦੇਖਦੇ ਹਾਂ ਕਿ ਹੁਣ ਪੇਸ਼ਵਾ ਕੌਣ ਨੇ, ਹੁਣ ਪੇਸ਼ਵਾ ਨੇ ਬਾਜੀ ਰਾਓ 2। ਠੀਕ ਹੈ ਜੀ, ਹੁਣ ਬਾਜੀ ਰਾਓ 2 ਦੀ ਵਜ੍ਹਾ ਤੋਂ ਹੀ ਮਰਾਠਾ ਕਿੰਗਡਮ ਜਿਹੜਾ ਹੈ ਇਹ ਕੀ ਕਰੇਗਾ, ਡਿਕਲਾਈਨ ਹੈ, ਜਾਂ ਇਹਦੀ ਵਜ੍ਹਾ ਤੋਂ ਹੀ ਬ੍ਰਿਟਿਸ਼ਰ ਜਿਹੜੇ ਨੇ ਮਰਾਠਾ ਕਿੰਗਡਮ ਨੂੰ ਕਨਕਰ ਕਰ ਪਾਣਗੇ, ਕਨਕੁਐਸਟ ਕਰ ਪਾਣਗੇ। ਠੀਕ ਹੈ ਜੀ, ਕਿਉਂ,
देखो बाजीराव टू पेशवा ने तो पेशवा वांग भी रहना चाहिए, ठीक है जी। जे तुसी एक उपर उपाधि ते हो तो तुहानूं उहदी रिस्पोंसिबिलिटी भी साਂਭਣੀ चाहिए है। ये नहीं है कि तुसी कुछ भी करते रहो, ठीक है जी। ਜਿਹੜੇ बाजीराव टू होणगे ਇਹ ਕੀ ਕਰਨਗੇ, यशवंतराव होलकर ਦੇ ਭਰਾ ਹੋਣਗੇ जसवंतराव होलकर, ठीक है जी। ਇਹਨਾਂ ਨੂੰ ਕੀ ਕਰ ਦੇਣਗੇ, ਮਾਰ ਦੇਣਗੇ। क्लीयर, यशवंतराव होलकर ਨੂੰ ਕੀ ਕਰਨਗੇ, ਮਾਰ ਦੇਣਗੇ। यशवंतराव होलकर ਦੇ ਭਰਾ ਹੋਣਗੇ जसवंतराव होलकर, ਉਹਨਾਂ ਨੂੰ ਮਾਰ ਦੇਣਗੇ। ਹੁਣ ਜੇ ਗੱਲ ਕਰੀਏ ਮਰਾਠਾਸ ਤਾਂ ਮਰਾਠਾਸ ਤਾਂ ਆਪਾਂ ਨੂੰ ਪਤਾ ਕਿ ਇੱਕ ਪਾਵਰ ਤਾਂ ਨਹੀਂ ਸੀਗੇ, ਇਹਦੇ ਵਿੱਚ ਹੀ ਕੀ ਹੋਣਗੇ, ਇਹਦੇ ਵਿੱਚ ਹੀ ਹੋਲਕਰ ਨੇ, ਇਹਦੇ ਵਿੱਚ ਹੀ ਕੀ ਨੇ, ਸਿੰਧਿਆਸ ਨੇ, ਇਹਦੇ ਵਿੱਚ ਹੀ ਕੀ ਨੇ, ਗਾਇਕਵਾੜਸ ਨੇ, ਇਹਦੇ ਵਿੱਚ ਹੀ ਕੀ ਨੇ, ਭੋਂਸਲੇਸ ਨੇ। ਤੇ ਗੱਲ ਕਰੀਏ ਹੋਲਕਰ ਦੀ ਤਾਂ ਮਰਾਠਾਸ ਦੇ ਵਿੱਚ ਸਭ ਤੋਂ ਤਗੜੀ ਜੇ ਆਰਮੀ ਸੀ ਨਾ ਕਿਸੇ ਦੀ ਤਾਂ ਉਹ ਹੋਲਕਰ ਦੀ ਸੀ। ਤੇ ਬਾਜੀਰਾਓ ਟੂ ਨੇ ਜਿਹੜੇ ਪੇਸ਼ਵਾ ਨੇ ਉਹਨਾਂ ਨੇ ਹੋਲਕਰ ਨਾਲ ਹੀ ਕੀ ਲੈ ਲਿਆ, ਪੰਗਾ ਲੈ ਲਿਆ। ਤਾਂ ਹੁਣ ਬਾਜੀਰਾਓ ਟੂ ਇੱਕ ਪਾਸੇ, ਹੋਲਕਰ ਇੱਕ ਪਾਸੇ। ਜਿਹੜੀ ਪਹਿਲਾਂ ਕੀ ਸੀ, ਇੱਕ ਮੁੱਕੀ ਬਣੀ ਹੋਈ ਸੀ, ਇਕੱਠੇ ਸੀਗੇ, ਉਹ ਹੁਣ ਆਪਸ 'ਚ ਹੀ ਲੜਨਾ ਸ਼ੁਰੂ ਹੋ ਗਏ। ਜਦੋਂ ਆਪਸ 'ਚ ਹੀ ਲੜਨਾ ਸ਼ੁਰੂ ਹੋ ਗਏ ਤਾਂ ਬਾਜੀਰਾਓ ਟੂ ਨੂੰ ਇੱਕ ਚੀਜ਼ ਦਾ ਪੱਕਾ ਪਤਾ ਹੈ ਕਿ ਮੈਂ ਹੋਲਕਰ ਨਾਲ ਲੜ ਨਹੀਂ ਸਕਦਾ, ਕਿਉਂਕਿ ਹੋਲਕਰ ਦੀ ਜਿਹੜੀ ਆਰਮੀ ਹੈ ਬਹੁਤ ਜ਼ਿਆਦਾ ਕੀ ਹੈ, ਪਾਵਰਫੁਲ ਹੈ। ਫਿਰ ਉਹੀ ਗਲਤੀ ਕਰੇਗਾ ਜਿਹੜੀ ਆਪਾਂ ਕਹਿ ਸਕਦੇ ਹਾਂ ਅੱਗੇ ਜਾ ਕੇ ਸਾਰਾ ਮਰਾਠਾ ਕਿੰਗਡਮ ਜਿਸ ਦੀ ਵਜ੍ਹਾ ਤੋਂ ਕੀ ਹੋਏਗਾ, ਖਤਮ ਹੋਏਗਾ, ਠੀਕ ਹੈ ਜੀ। ਬਾਜੀਰਾਓ ਟੂ ਹੁਣ ਹਾਰ ਗਿਆ, ਡਰ ਰਿਹਾ ਕਿਸ ਤੋਂ, ਹੋਲਕਰਸ ਤੋਂ। ਤਾਂ ਉਹ ਕੀ ਕਰੇਗਾ, ਬ੍ਰਿਟਿਸ਼ਰ ਨਾਲ ਕੋਲ ਜਾਏਗਾ ਤੇ ਬ੍ਰਿਟਿਸ਼ਰ ਨਾਲ ਕੀ ਕਰ ਲੇਗਾ, ਇੱਕ ਟ੍ਰੀਟੀ ਸਾਈਨ ਕਰ ਲੇਗਾ। ਟ੍ਰੀਟੀ ਸਾਈਨ ਕਰਨੀ ਪੈਣੀ ਹੈ ਕਿ ਸਰ ਮੈਨੂੰ ਤਾਂ ਪ੍ਰੋਟੈਕਸ਼ਨ ਚਾਹੀਦੀ ਹੈ, ਤੁਸੀਂ ਦਿਓ, ਨਹੀਂ ਤਾਂ ਹੋਲਕਰ ਮੈਨੂੰ ਕੀ ਕਰਨਗੇ, ਹਰਾ ਦੇਣਗੇ। ਕਲੀਅਰ, ਤਾਂ ਬ੍ਰਿਟਿਸ਼ਰਸ ਨਾਲ ਟ੍ਰੀਟੀ ਸਾਈਨ ਹੋਏਗੀ। ਤੇ ਤਾਂ ਟ੍ਰੀਟੀ ਦਾ ਨਾਮ ਯਾਦ ਰੱਖਿਓ, ਇਸ ਟ੍ਰੀਟੀ ਨੂੰ ਆਪਾਂ ਕਹਿੰਦੇ ਹਾਂ ਟ੍ਰੀਟੀ ਆਫ ਬਸੇਨ। ਇਹ ਇੰਪੋਰਟੈਂਟ ਹੈ ਟ੍ਰੀਟੀ। ਇਸ ਟ੍ਰੀਟੀ ਨੇ ਹੀ ਕਿਹਾ ਜਾਂਦਾ ਹੈ ਕਿ ਬਾਜੀਰਾਓ ਟੂ ਨੇ ਸਾਰਾ ਮਰਾਠਾ ਕਿੰਗਡਮ ਜਿਹੜਾ ਸੀਗਾ ਬ੍ਰਿਟਿਸ਼ਰ ਦੇ ਹੱਥ ਵੇਚ ਵਟ ਦਿੱਤਾ, ਠੀਕ ਹੈ ਜੀ। ਕਿਉਂ ਕੀਤਾ, ਕਿਉਂਕਿ ਟ੍ਰੀਟੀ ਆਫ ਬਸੇਨ ਦੇ ਵਿੱਚ ਕੁਛ ਐਵੇਂ ਦੀਆਂ ਬ੍ਰਿਟਿਸ਼ਰਸ ਨੇ ਸ਼ਰਤਾਂ ਲਿਖਤੀਆਂ ਜਿਹੜੀ ਬਾਜੀਰਾਓ ਟੂ ਨੇ ਸਾਈਨ ਕਰਤੀਆਂ, ਜਿਸ ਤੋਂ ਬਾਅਦ ਸਾਰੇ ਮਰਾਠਾਸ ਨੂੰ ਪਤਾ ਸੀ ਕਿ ਅੱਜ ਨਹੀਂ ਤਾਂ ਕੱਲ੍ਹ ਬ੍ਰਿਟਿਸ਼ਰਸ ਨਾਲ ਸਾਰਿਆਂ ਨੂੰ ਲੜਨਾ ਹੀ ਪੈਣਾ ਹੈ ਤੇ ਬ੍ਰਿਟਿਸ਼ਰਸ ਨੇ ਸਾਨੂੰ ਕੀ ਕਰ ਲੈਣਾ, ਹਰਾ ਵੀ ਦੇਣਾ, ਠੀਕ ਹੈ ਜੀ। ਦੇਖੀਏ ਕੁਝ ਸ਼ਰਤਾਂ ਜਿਵੇਂ ਕਿ ਇੰਪੋਰਟੈਂਟ ਕੀ ਨੇ, ਜਿਵੇਂ ਕਿ ਬਾਜੀਰਾਓ ਟੂ ਨੂੰ ਸਭ ਤੋਂ ਪਹਿਲਾਂ ਤਾਂ ਕਹਿ ਦਿੱਤਾ ਗਿਆ ਕਿ ਅੱਜ ਤੋਂ ਬਾਅਦ ਤੁਸੀਂ ਕਿਸੇ ਨਾਲ ਲੜਾਈ ਕਰਨੀ ਹੈ, ਤੁਸੀਂ ਕਿਸੇ ਨਾਲ ਕੋਈ ਵੀ ਨੈਗੋਸੀਏਸ਼ਨ ਕਰਨੀ ਹੈ, ਕੋਈ ਗੱਲਬਾਤ ਵੀ ਕਰਨੀ ਹੈ, ਬ੍ਰਿਟਿਸ਼ਰਸ ਤੋਂ ਪੁੱਛੇ ਬਿਨਾਂ ਨਹੀਂ ਕਰ ਸਕਦੇ। मतलब कि बाजीराव टू ने की मान लिया, उन्हें तो अपने आप को गुलाम ही मान लिया ना ब्रिटिशर्स का कि जी मैं इस तो बाद किसी ना लड़ाई कर सकता ना किसी नाल मैं कोई ट्रीटी कर सकता, कोई गलबात करनी है तो ब्रिटिशर को बिठाना ही पएगा, ठीक है जी। प्लस बाजीराव ने टू ने की मान लिया, ये मान लिया कि आज तो बाद पेशवा जिहड़ा है किसी भी यूरोपीयन ताकतां नूं जिहड़ा है मराठा किंगडम च आउण दी अलाउ ही नहीं करेगा। यही तो चाहते सी ब्रिटिशर्स। प्लस ब्रिटिशर ने की किया 6000 जिहड़े ने ट्रूप्स जिहड़े सी 6000 सैनिक परमानेंटली पेशवा दे कोर्ट ਦੇ ਵਿੱਚ ਰੱਖਤੇ, ਜਿੱਥੇ ਪੇਸ਼ਵਾ ਰਹੇਗਾ ਉੱਥੇ 6000 ਜਿਹੜੇ ਨੇ ਸੈਨਿਕ ਕਿਹਦੇ ਨੇ, ਫੌਜੀ ਜਿਹੜੇ ਨੇ ਕਿਹਦੇ ਨੇ, ਬ੍ਰਿਟਿਸ਼ਰ ਦੇ ਨੇ। ਹੁਣ ਪੇਸ਼ਵਾ ਕੀ ਕਰ ਸਕਦਾ, ਜੇ ਕੁਝ ਕਰੇਗਾ ਵੀ ਬ੍ਰਿਟਿਸ਼ਰ ਦੇ ਅਗੇਂਸਟ ਕੋਈ ਕਨਸਪੀਰੇਸੀ ਵੀ ਕਰੇਗਾ, ਕੋਈ ਸਾਜ਼ਿਸ਼ ਵੀ ਕਰਨ ਲੱਗੇਗਾ ਤਾਂ ਆਸੇ-ਪਾਸੇ ਆਰਮੀ ਤਾਂ ਬ੍ਰਿਟਿਸ਼ਰ ਦੀ ਖੜੀ ਹੈ ਨਾ। ਤਾਂ ਮਤਲਬ ਕਿ ਪੇਸ਼ਵਾ ਬਾਜੀਰਾਓ ਟੂ ਨੇ ਟ੍ਰੀਟੀ ਆਫ ਬਸੇਨ ਦੇ ਨਾਲ ਸਾਰਾ ਦਾ ਸਾਰਾ ਮਰਾਠਾ ਕਿੰਗਡਮ ਜਿਹੜਾ ਸੀਗਾ ਕੀ ਕਰਤਾ, ਉਹ ਵੇਚਤਾ, ਠੀਕ ਹੈ ਜੀ। ਹੁਣ ਬ੍ਰਿਟਿਸ਼ਰ ਜਿਹੜੇ ਨੇ ਪਾਵਰਫੁਲ ਪੋਜੀਸ਼ਨ 'ਚ ਆ ਗਏ। ਹੁਣ ਉਹਨਾਂ ਨੇ ਕੀ ਕਰਨਾ, ਸਿਰਫ ਬਾਜੀਰਾਓ ਟੂ ਨੂੰ ਬਚਾ ਕੇ ਰੱਖਣਾ, ਉਹਨੂੰ ਪ੍ਰੋਟੈਕਟ ਕਰਨਾ। ਜੇ ਉਹ ਪ੍ਰੋਟੈਕਟ ਕਰਨਗੇ ਤਾਂ ਮਰਾਠਾ ਕਿੰਗਡਮ ਸਾਰਾ ਉਹਨਾਂ ਦੇ ਅੰਡਰ, ਠੀਕ ਹੈ ਜੀ। ਇਹੀ ਆਪਾਂ ਦੇਖਾਂਗੇ। ਹੁਣ ਇੱਥੇ ਇਕੱਲੇ ਜਿਹੜੇ ਹੋਣਗੇ ਜਿਵੇਂ ਭੋਂਸਲੇਸ ਨੇ, ਠੀਕ ਹੈ ਜੀ, ਇਹਨਾਂ ਨੂੰ ਅਲੱਗ ਤੋਂ ਬ੍ਰਿਟਿਸ਼ਰ ਹਰਾਣਗੇ, ਇਹਨਾਂ ਤੋਂ ਟ੍ਰੀਟੀ ਸਾਈਨ ਕਰਵਾਈ ਜਾਏਗੀ, ਟ੍ਰੀਟੀ ਆਫ ਦੇਵਗਾਂव, ਕਿਉਂਕਿ ਹਾਰ ਚੁੱਕੇ ਨੇ ਹੁਣ ਮਰਾਠਾਸ ਜਿਹੜੇ ਨੇ ਅਲੱਗ-ਅਲੱਗ ਹੋ ਗਏ, ਇਕੱਠੇ ਨਹੀਂ ਹੈਗੇ, ਠੀਕ ਹੈ ਜੀ। ਜੇ ਗੱਲ ਕਰੀਏ ਸਿੰਧਿਆਸ ਨੂੰ ਅਲੱਗ ਤੋਂ ਬ੍ਰਿਟਿਸ਼ਰ ਹਰਾਣਗੇ ਤਾਂ ਇਹਨਾਂ ਨਾਲ ਟ੍ਰੀਟੀ ਸਾਈਨ ਕੀਤੀ ਜਾਏਗੀ, ਟ੍ਰੀਟੀ ਆਫ ਸੁਰੀਜਾਗਾਂव, ਠੀਕ ਹੈ ਜੀ, ਸੁਰੀਜਾਗਾਂव। ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਹੋਲਕਰ ਨਾਲ ਅਲੱਗ ਤੋਂ ਟ੍ਰੀਟੀ ਕੀਤੀ ਜਾਏਗੀ, ਤਾਂ ਹੋਲਕਰਸ ਨੂੰ ਅਲੱਗ ਤੋਂ ਹਰਾਇਆ ਜਾਏਗਾ ਤਾਂ ਉੱਥੇ ਇਹਨਾਂ ਨਾਲ ਟ੍ਰੀਟੀ ਕੀਤੀ ਜਾਏਗੀ, ਟ੍ਰੀਟੀ ਆਫ ਰਾਜਪੁਰਗੜ, ਠੀਕ ਹੈ ਜੀ। ਤਾਂ ਇੱਥੇ ਅਲੱਗ-ਅਲੱਗ ਜਿਹੜੀਆਂ ਟ੍ਰੀਟੀਜ਼ ਨੇ ਇਹ ਕਿਉਂ ਹੋ ਰਹੀਆਂ ਨੇ, ਕਿਉਂਕਿ ਮਰਾਠਾਸ ਹੁਣ ਇਕੱਠੇ ਨਹੀਂ, ਬ੍ਰਿਟਿਸ਼ਰ ਨੂੰ ਬਹੁਤ ਈਜ਼ੀ ਹੋ ਗਿਆ ਇਕੱਲੇ ਨੂੰ ਜਾ ਕੇ ਹਰਾਣਾ, ਠੀਕ ਹੈ ਜੀ। ਪਹਿਲਾਂ ਫਸਟ ਐਂਗਲੋ ਮਰਾਠਾ ਵਾਰ ਦੇ ਵਿੱਚ ਸਾਰੇ ਇਕੱਠੇ ਸੀ, ਬ੍ਰਿਟਿਸ਼ਰ ਤੋਂ ਹਾਰੇ ਨਹੀਂ ਗਏ, ਠੀਕ ਹੈ ਜੀ। ਹੁਣ ਇਕੱਲੇ ਹੋ ਗਏ, ਆਪਸ 'ਚ ਹੀ ਲੜ ਪਏ ਤਾਂ ਬ੍ਰਿਟਿਸ਼ਰ ਲਈ ਈਜ਼ੀ ਹੋ ਗਿਆ। प्लस ਜਿਹੜਾ ਪੇਸ਼ਵਾ ਸੀਗਾ ਬਾਜੀਰਾਓ ਟੂ, ਉਹਨੇ ਤਾਂ ਸਾਰਾ ਜਿਹੜਾ ਸੀਗਾ ਮਰਾਠਾ ਐਮਪਾਇਰ ਉਹ ਬ੍ਰਿਟਿਸ਼ਰਸ ਨੂੰ ਡੋਨੇਟ ਹੀ ਕਰਦਾ ਇੱਕ ਤਰ੍ਹਾਂ ਦਾ ਟ੍ਰੀਟੀ ਆਫ ਬਸੇਨ ਦੇ ਨਾਲ। ਕਲੀਅਰ, ਤਾਂ ਇਹ ਸੀਗਾ ਸਾਰੀ ਆਪਣੀ ਗੱਲ। ਕਿਸ ਦੀ ਗੱਲ ਕਰੀਏ, ਜੇ ਆਪਾਂ ਗੱਲ ਕਰਦੇ ਹਾਂ ਸੈਕਿੰਡ ਐਂਗਲੋ ਮਰਾਠਾ ਵਾਰ ਦੀ, ਠੀਕ ਹੈ ਜੀ। ਨੈਕਸਟ ਗੱਲ ਕਰਦੇ ਹਾਂ ਆਪਾਂ ਥਰਡ ਐਂਗਲੋ ਮਰਾਠਾ ਵਾਰ। ਹੁਣ ਸੈਕਿੰਡ ਐਂਗਲੋ ਮਰਾਠਾ ਵਾਰ ਬਾਜੀਰਾਓ ਟੂ ਨੂੰ ਬ੍ਰਿਟਿਸ਼ਰ ਨੇ ਬਚਾ ਲਿਆ, ਉਹ ਪੇਸ਼ਵਾ ਹੈ, ਕੋਈ ਗੱਲ ਨਹੀਂ। ਹੁਣ ਬਾਜੀਰਾਓ ਟੂ ਦੀ ਵੀ ਤਾਂ ਕੁਛ ਨਾ ਕੁਛ ਆਰਮੀ ਹੋਏਗੀ। ਬ੍ਰਿਟਿਸ਼ਰਸ ਦੇ ਆਉਣ ਤੋਂ ਪਹਿਲਾਂ ਕੀ ਬਾਜੀਰਾਓ ਟੂ ਦੀ ਕੋਈ ਆਰਮੀ ਨਹੀਂ ਹੋਏਗੀ? बिल्कुल होएगी। ਹੁਣ ਆਰਮੀ ਬ੍ਰਿਟਿਸ਼ਰਸ ਦੀ ਹੈ ਉੱਥੇ। ਬਾਜੀਰਾਓ ਟੂ ਨੇ ਕੀ ਕੀਤਾ, ਬ੍ਰਿਟਿਸ਼ਰਸ ਦੀ ਆਰਮੀ ਆਪਣੇ ਕੋਲ ਰੱਖ ਲਈ। ਹੁਣ 6000 ਜਿਹੜੇ ਸੈਨਿਕ ਨੇ ਬ੍ਰਿਟਿਸ਼ਰ ਦੇ ਨੇ। ਬਾਜੀਰਾਓ ਟੂ ਦੀ ਆਰਮੀ ਦਾ ਕੀ ਬਣਿਆ, ਉਹਨਾਂ ਨੇ ਕੀ ਕਰਤੀ, ਡਿਸਬੈਂਡ ਕਰਤੀ, ਛੱਡਤੀ, ਵਿਹਲੇ ਹੋ ਗਏ, ਠੀਕ ਹੈ ਜੀ। ਹੁਣ ਜੇ ਆਪਾਂ ਗੱਲ ਕਰੀਏ ਮਰਾਠਾਸ ਦੀ ਆਰਮੀ ਦੀ,
ਮਰਾਠਾਸ ਦੀ ਆਰਮੀ ਦੀ ਗੱਲ ਕਰੀਏ ਤਾਂ ਇੱਥੇ ਬ੍ਰਿਟਿਸ਼ਰਸ ਤੋਂ ਪਹਿਲਾਂ ਜੇ ਗੱਲ ਕਰਾਂਗੇ ਤਾਂ ਮਰਾਠਾਸ ਦੀ ਆਰਮੀ ਨੂੰ ਕੀ ਕਿਹਾ ਜਾਂਦਾ ਸੀ? ਪਿੰਡਾਰੀਜ਼ ਕਿਹਾ ਜਾਂਦਾ ਸੀ। ਹੁਣ ਇਹ ਜਿਹੜੇ ਪਿੰਡਾਰੀਜ਼ ਨੇ, ਸਪੋਜ਼ ਕਰੋ ਕਿ ਤੁਸੀਂ ਪੇਸ਼ਵਾ ਬਾਜੀਰਾਓ 2 ਦੀ ਆਰਮੀ 'ਚ ਸੀਗੇ, ਠੀਕ ਹੈ ਜੀ, ਤੁਸੀਂ ਹੋਲਕਰ ਨਾਲ ਲੜਾਈ ਲਿੱਤੀ, ਤੁਸੀਂ ਦੇਖਿਆ ਕਿ ਪੇਸ਼ਵਾ ਬਾਜੀਰਾਓ 2 ਨੇ ਬ੍ਰਿਟਿਸ਼ਰਸ ਆਰਮੀ ਨੂੰ ਮੰਗਾ ਲਿਆ ਤੇ ਉਹ ਕੀ ਕਰ ਰਹੇ ਨੇ, ਹੁਣ ਅੱਗੇ ਲੜ ਰਹੇ ਨੇ। ਹੁਣ ਤੁਹਾਡਾ ਕੀ ਫਾਇਦਾ ਹੈ ਕਿ ਤੁਸੀਂ ਇੱਕ ਵੱਡੀ ਆਰਮੀ ਹੁਣ ਪੇਸ਼ਵਾ ਬਾਜੀਰਾਓ 2 ਰੱਖ ਸਕਦਾ? ਨਹੀਂ, ਉਹ ਤਾਂ ਪਪਟ ਬਣ ਗਿਆ ਬ੍ਰਿਟਿਸ਼ਰ ਦਾ। ਤਾਂ ਤੁਹਾਡਾ ਕੀ ਬਣੇਗਾ? ਤੁਸੀਂ ਕੀ ਹੋਗੇ? ਤੁਸੀਂ ਹੋਗੇ ਅਨਇੰਪਲੋਇਡ। ਤੁਹਾਡਾ ਤਾਂ ਹੁਣ ਕੰਮ ਹੀ ਨਹੀਂ ਰਿਹਾ ਕਿਉਂਕਿ ਆਰਮੀ ਕਿਹਦੀ ਆ ਗਈ? ਬ੍ਰਿਟਿਸ਼ਰ ਦੀ ਆ ਗਈ। ਤਾਂ ਹੁਣ ਤੁਸੀਂ ਕੀ ਕਰੋਗੇ? ਹੁਣ ਜੇ ਮੈਂ ਆਰਮੀ 'ਚ ਹੋਵਾਂ ਪੇਸ਼ਵਾ ਬਾਜੀਰਾਓ 2 ਦੀ, ਮੈਂ ਦੇਖਾਂ ਕਿ ਮੇਰਾ ਅਨਇੰਪਲੋਇਡ, ਮੇਰਾ ਕੰਮ ਕਿਉਂ ਛੁੱਟਿਆ? ਕਿਉਂਕਿ ਬ੍ਰਿਟਿਸ਼ਰਸ ਦੀ ਆਰਮੀ ਆ ਗਈ। ਤਾਂ ਮੈਨੂੰ ਦੁਸ਼ਮਣ ਕੌਣ ਦਿਖਣਗੇ? ਮੈਨੂੰ ਦੁਸ਼ਮਣ ਦਿਖਣਗੇ ਬ੍ਰਿਟਿਸ਼ਰਸ। ਤਾਂ ਮੈਂ ਕੀ ਕਰਾਂਗਾ? ਬ੍ਰਿਟਿਸ਼ਰਸ ਦਾ ਜਿੰਨਾ ਵੀ ਮਰਾਠਾ ਰੀਜਨ ਦੇ ਵਿੱਚ ਟ੍ਰੇਡ ਹੋ ਰਿਹਾ ਹੋਵੇਗਾ, ਜਿੰਨੇ ਵੀ ਮਰਾਠਾ ਰੀਜਨ ਦੇ ਵਿੱਚ ਬ੍ਰਿਟਿਸ਼ਰਸ ਦਿਖ ਰਹੇ ਹੋਣਗੇ, ਮੈਂ ਉਹਨਾਂ ਦੇ ਉੱਪਰ ਕੀ ਕਰਾਂਗਾ? ਹਮਲੇ ਕਰਾਂਗਾ, ਉਹਨਾਂ ਨੂੰ ਟ੍ਰੇਡ ਨੂੰ ਰੋਕਾਂਗਾ। ਠੀਕ ਹੈ ਜੀ। ਤਾਂ ਕਿਤੇ ਨਾ ਕਿਤੇ ਬ੍ਰਿਟਿਸ਼ਰਸ ਨੂੰ ਬਹੁਤ ਜ਼ਿਆਦਾ ਕੀ ਕਰ ਰਹੇ ਸੀ? ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਕਿਹਨਾਂ ਵੱਲੋਂ? ਪਿੰਡਾਰੀਜ਼ ਵੱਲੋਂ। ਤਾਂ ਹੁਣ ਬ੍ਰਿਟਿਸ਼ਰਸ ਕੀ ਕਰਨ? ਇਹਨਾਂ ਨੂੰ ਆਪਣੀ ਆਰਮੀ 'ਚ ਰੱਖ ਲੈਣ? ਨਹੀਂ, ਉਹਨਾਂ ਕੋਲ ਤਾਂ ਆਪਣੀ ਆਰਮੀ ਹੈਗੀ ਹੈ। ਤਾਂ ਬ੍ਰਿਟਿਸ਼ਰਸ ਜਿਹੜੇ ਨੇ ਅਟੈਕ ਕਰਨਗੇ ਪਿੰਡਾਰੀਜ਼ ਦੇ ਉੱਪਰ। ਠੀਕ ਹੈ ਜੀ। ਯਾਦ ਰੱਖਿਓ, ਗਵਰਨਰ ਜਨਰਲ ਕੌਣ ਹੋਣਗੇ? ਗਵਰਨਰ ਜਨਰਲ ਹੋਣਗੇ ਲਾਰਡ ਹੈਸਟਿੰਗ। ਲਾਰਡ ਹੈਸਟਿੰਗ ਕੀ ਕਰਨਗੇ? ਪਿੰਡਾਰੀਜ਼ ਦੇ ਉੱਪਰ ਹਮਲਾ ਸ਼ੁਰੂ ਕਰਨਗੇ। ਹੁਣ ਜੇ ਆਪਾਂ ਗੱਲ ਕਰੀਏ ਕਿ ਅਸਲ 'ਚ ਤਾਂ ਉਹ ਕੀ ਸੀ? ਆਰਮੀ ਸੀ ਨਾ ਮਰਾਠਾ ਦੀ। ਹੁਣ ਗੋਰੇ ਜਿਹੜੇ ਨੇ ਤੁਹਾਡੀ ਆਰਮੀ ਦੇ ਉੱਪਰ ਹਮਲਾ ਕਰ ਰਹੇ ਨੇ, ਤੁਸੀਂ ਜਿੰਨਾ ਮਰਜ਼ੀ ਕੁਝ ਉਹਨਾਂ ਨਾਲ ਸਾਈਨ ਕੀਤੇ ਨੇ, ਪਰ ਕਿਤੇ ਨਾ ਕਿਤੇ ਅੰਦਰੋਂ ਦੀ ਤਾਂ ਆਵਾਜ਼ ਆਏਗੀ ਨਾ ਕਿ ਇਹ ਤਾਂ ਮੇਰੀ ਆਰਮੀ ਸੀ, ਇਹਨਾਂ ਦੀ ਮੈਨੂੰ ਕੀ ਕਰਨੀ ਚਾਹੀਦੀ ਹੈ? ਹੈਲਪ ਕਰਨੀ ਚਾਹੀਦੀ ਹੈ। ਤਾਂ ਇੱਥੇ ਹੀ ਆਪਾਂ ਦੇਖਾਂਗੇ ਕਿ ਸਾਰੇ ਮਰਾਠਾਸ ਜਿਹੜੇ ਨੇ ਫਿਰ ਤੋਂ ਇੱਕ ਵਾਰ ਉੱਠ ਕੇ ਕੋਸ਼ਿਸ਼ ਕਰਨਗੇ ਕਿ ਬ੍ਰਿਟਿਸ਼ਰ ਨੂੰ ਕੀ ਕੀਤਾ ਜਾਏ? ਹਰਾ ਦਿੱਤਾ ਜਾਏ। ਪਰ ਪੋਸੀਬਲ ਹੋ ਪਾਏਗਾ? ਪੋਸੀਬਲ ਨਹੀਂ ਹੋ ਪਾਏਗਾ। ਫਿਰ ਉਹੀ ਗੱਲ ਹੈ, ਆਪਸ 'ਚ ਲੜੇ ਹੋਏ ਨੇ, ਆਪਸ 'ਚ ਲੜ ਕੇ ਆਪਣੀ ਆਰਮੀ ਮਰਾਠਾਸ ਨੇ ਇੰਨੀ ਕੀ ਕਰ ਲਈ? ਵੀਕ ਕਰ ਲਈ, ਜਿਸ ਦੀ ਵਜ੍ਹਾ ਤੋਂ ਜਦੋਂ ਬ੍ਰਿਟਿਸ਼ਰਸ ਨੇ ਪਿੰਡਾਰੀ ਉੱਪਰ ਵੀ ਹਮਲਾ ਕੀਤਾ ਤਾਂ ਜ਼ਿਆਦਾ ਕੁਝ ਮਰਾਠਾਸ ਨਹੀਂ ਕਰ ਪਾਏ। ਠੀਕ ਹੈ ਜੀ। ਭੋਂਸਲੇ, ਗਾਇਕਵਾੜ, ਹੋਲਕਰ, ਇਹ ਸਾਰੇ ਈਵਨ ਪੇਸ਼ਵਾ ਬਾਜੀਰਾਓ 2 ਜਿਹੜਾ ਹੈਗਾ ਉਹ ਵੀ ਬ੍ਰਿਟਿਸ਼ਰ ਦੇ ਅਗੇਂਸਟ ਲੜਨ ਦੀ ਕੋਸ਼ਿਸ਼ ਕਰੇਗਾ, ਪਰ ਕੁਝ ਹੋਏਗਾ ਨਹੀਂ ਕਿਉਂਕਿ ਬ੍ਰਿਟਿਸ਼ ਆਰਮੀ ਕਾਫੀ ਜ਼ਿਆਦਾ ਪਾਵਰਫੁਲ ਹੈ। ਠੀਕ ਹੈ ਜੀ। ਇੱਥੇ ਆਪਾਂ ਦੇਖਾਂਗੇ ਕਿ ਥਰਡ ਐਂਗਲੋ ਮਰਾਠਾ ਵਾਰ ਬ੍ਰਿਟਿਸ਼ਰ ਜਿੱਤ ਜਾਣਗੇ, ਬਾਜੀਰਾਓ 2 ਨੂੰ ਵੀ ਹਰਾ ਦਿੱਤਾ ਜਾਏਗਾ ਤੇ ਸਾਰਾ ਜਿਹੜਾ ਏਰੀਆ ਹੈ ਕਿਹਦੇ ਕੋਲ ਆ ਜਾਏਗਾ? ਬ੍ਰਿਟਿਸ਼ਰਸ ਦੇ ਅੰਡਰ ਆ ਜਾਏਗਾ। ਠੀਕ ਹੈ ਜੀ। ਥਰਡ ਐਂਗਲੋ ਮੈਸੂਰ ਵਾਰ ਦੀ ਜੇ ਗੱਲ ਕਰੀਏ ਕੁਐਸਚਨ ਤਾਂ ਇਹਦੇ ਉੱਪਰ ਸਿਰਫ ਇਹੀ ਕੁਐਸਚਨ ਬਣਦਾ ਕਿ ਪਿੰਡਾਰੀਜ਼ ਦੀ ਵਜ੍ਹਾ ਤੋਂ ਕਿਹੜਾ ਵਾਰ ਸ਼ੁਰੂ ਹੋਏਗੀ। ਠੀਕ ਹੈ ਜੀ। ਪਿੰਡਾਰੀਜ਼ ਦੇ ਉੱਪਰ ਹਮਲਾ ਕਰਨਗੇ, ਕੌਣ ਹਮਲਾ ਕਰਦੇ ਨੇ, ਇਵੇਂ ਦੇ ਕੁਐਸਚਨ ਪਾਏ ਜਾਂਦੇ ਨੇ, ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਤੁਹਾਨੂੰ ਬਹੁਤ ਈਜ਼ੀਲੀ। ਤਾਂ ਯਾਦ ਰੱਖ ਲਿਓ, ਥਰਡ ਐਂਗਲੋ ਮਰਾਠਾ ਵਾਰ ਜਿਹੜੀ ਹੈ ਉਹ ਪਿੰਡਾਰੀਜ਼ ਦੀ ਵਜ੍ਹਾ ਤੋਂ ਹੋਏਗੀ। ਠੀਕ ਹੈ ਜੀ। ਤੇ ਇਹਨਾਂ ਨੂੰ ਉੱਪਰ ਹਮਲਾ ਕੌਣ ਕਰਨਗੇ? ਲਾਰਡ ਹੈਸਟਿੰਗ ਕਰਨਗੇ। ਕਲੀਅਰ। ਇਹ ਜਿੰਨੇ ਵੀ ਗਵਰਨਰ ਜਨਰਲ ਨੇ, ਗਵਰਨਰ ਨੇ, ਵਾਇਸਰਾਏ ਨੇ, ਇਹਨਾਂ ਦੀ ਅਲੱਗ ਤੋਂ ਇੱਕ ਲਿਸਟ ਲੈ ਕੇ ਆਵਾਂਗੇ ਆਪਾਂ, ਤਾਂ ਉਹਦੇ ਵਿੱਚ ਇਹਨਾਂ ਨੂੰ ਕੀ ਕਰਾਂਗੇ? ਅਲੱਗ ਤੋਂ ਡਿਸਕਸ ਕਰਾਂਗੇ। ਕਲੀਅਰ। ਚਲੋ ਜੀ। ਹੁਣ ਆਪਾਂ ਕਿਹਾ ਸੀ ਕਿ ਲਾਸਟ ਦੇ ਵਿੱਚ ਆਪਾਂ ਜਿਹੜਾ ਡਿਸਕਸ ਕਰਨਾ ਹੈ ਕਿਸ ਬਾਰੇ ਕਰਨਾ ਹੈ? ਸਬਸਿਡਰੀ ਅਲਾਈਅੰਸ ਬਾਰੇ ਕਰਨਾ ਹੈ। ਇਹ ਸਬਸਿਡਰੀ ਅਲਾਈਅੰਸ ਉਹੀ ਹੈ। ਫੋਰਥ ਐਂਗਲੋ ਮੈਸੂਰ ਵਾਰ ਦੇ ਵਿੱਚ ਆਪਾਂ ਦੇਖਿਆ ਸੀ ਬ੍ਰਿਟਿਸ਼ਰ ਜਿਹੜੇ ਨੇ ਮੈਸੂਰ ਨੂੰ ਕੀ ਕਰਨਗੇ? ਫੋਰਸ ਕਰਦੇ ਨੇ ਕਿ ਤੁਸੀਂ ਕੀ ਕਰੋ ਜੀ? ਸਬਸਿਡਰੀ ਅਲਾਈਅੰਸ ਕੀ ਕਰ ਲਓ, ਆਪਾਂ ਕਹਿ ਸਕਦੇ ਹਾਂ ਕਿ ਐਕਸੈਪਟ ਕਰ ਲਓ, ਪਰ ਟੀਪੂ ਸੁਲਤਾਨ ਨੇ ਮਨਾ ਕਰਤਾ ਸੀ। ਠੀਕ ਹੈ ਜੀ। ਦੇਖੋ ਹੁਣ ਸਬਸਿਡਰੀ ਅਲਾਈਅੰਸ ਹੈ ਕੀ? ਇਹ ਧਿਆਨ ਨਾਲ ਨਾ ਫੋਟੋ ਦੇਖੋ। ਇੱਥੇ ਕੀ ਦਿਖ ਰਿਹਾ ਤੁਹਾਨੂੰ? ਇੱਕ ਇੰਡੀਅਨ ਰਾਜਾ ਟੇਬਲ ਦੇ ਉੱਪਰ ਬੈਠਾ ਹੈ, ਸਾਈਨ ਕਰ ਰਿਹਾ ਹੈ। ਇੱਕ ਪੇਜ ਦੇ ਉੱਪਰ ਸਾਈਨ ਕਰਾਏ ਜਾ ਰਹੇ ਨੇ। ਕਿਸ ਚੀਜ਼ ਦੇ ਸਾਈਨ ਕਰਾਏ ਜਾ ਰਹੇ ਨੇ? ਇੱਥੇ ਸਾਈਨ ਇਹ ਕਰਾ ਰਹੇ ਨੇ, ਜਿਵੇਂ ਗੱਲ ਕਰੀਏ ਨਾ ਹੈਦਰਾਬਾਦ ਨੂੰ ਸਟਾਰਟਿੰਗ ਦੇ ਵਿੱਚ ਆਪਾਂ ਦੇਖਦੇ ਹਾਂ ਹੈਦਰਾਬਾਦ ਆਪਣੀ ਸਟੇਟ। 2 ਸੈਕਿੰਡ, ਇੱਥੇ ਦੇਖੋ ਜੀ, ਆ ਰਹੀ ਹੈਦਰਾਬਾਦ ਦੀ ਸਟੇਟ। ਠੀਕ ਹੈ ਜੀ। ਜਿਹੜੀ ਹੈਦਰਾਬਾਦ ਦੀ ਸਟੇਟ ਹੈ ਇਹਨੂੰ ਸਭ ਤੋਂ ਪਹਿਲਾਂ ਹੀ ਪਤਾ ਹੋਏਗਾ ਕਿ ਨਾ ਤਾਂ ਇਹ ਮਰਾਠਿਆਂ ਨੂੰ ਹਰਾ ਸਕਦੇ ਨੇ, ਨਾ ਹੀ ਇਹ ਮੈਸੂਰ ਨਾਲ ਪੰਗਾ ਲੈ ਸਕਦੇ ਨੇ। ਕਿਤੇ ਨਾ ਕਿਤੇ ਇਹਨਾਂ ਨੂੰ ਪਤਾ ਹੋਏਗਾ ਕਿ ਜਿਹੜੀ ਇਹਨਾਂ ਨੂੰ ਆਪਾਂ ਗੱਲ ਕਰੀਏ ਕਿ ਪਾਵਰਫੁਲ ਆਰਮੀ ਦੀ ਜ਼ਰੂਰਤ ਹੈ, ਇਹਨਾਂ ਨੂੰ ਪ੍ਰੋਟੈਕਸ਼ਨ ਦੀ ਲੋੜ ਹੈ, ਉਹ ਕਿਹਨਾਂ ਤੋਂ ਮਿਲਣੀ ਹੈ? ਉਹ ਬ੍ਰਿਟਿਸ਼ਰਸ ਤੋਂ ਹੀ ਮਿਲਣੀ ਹੈ। ਠੀਕ ਹੈ ਜੀ। ਜੇ ਗੱਲ ਕਰੀਏ ਸਬਸਿਡਰੀ ਅਲਾਈਅੰਸ, ਤਾਂ ਸਬਸਿਡਰੀ ਅਲਾਈਅੰਸ ਦਾ ਜਿਹੜਾ ਕਨਸੈਪਟ ਹੈ ਇਹ ਲੈ ਕੇ ਕੌਣ ਆਏ ਸੀਗੇ? ਜੇ ਬ੍ਰਿਟਿਸ਼ਰਸ ਦੀ ਗੱਲ ਕਰਾਂਗੇ ਤਾਂ ਬ੍ਰਿਟਿਸ਼ਰ ਦੇ ਵਿੱਚ ਤੁਸੀਂ ਨਾਮ ਯਾਦ ਰੱਖਣਾ ਹੈ, ਲਾਰਡ ਵੈਲੇਸਲੀ। ਠੀਕ ਹੈ ਜੀ। ਉਹੀ ਲਾਰਡ ਵੈਲੇਸਲੀ ਜਿਹੜੇ ਫੋਰਥ ਐਂਗਲੋ ਮੈਸੂਰ ਵਾਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ। ਠੀਕ ਹੈ ਜੀ। ਲਾਰਡ ਵੈਲੇਸਲੀ ਨੇ ਬਹੁਤ ਸਾਰੀਆਂ ਇੰਡੀਅਨ ਸਟੇਟਸ ਨੂੰ ਆਪਾਂ ਗੱਲ ਕਰਾਂਗੇ ਕਿ ਸਬਸਿਡਰੀ ਅਲਾਈਅੰਸ ਦੇ ਅੰਡਰ ਲੈ ਕੇ ਬ੍ਰਿਟਿਸ਼ ਅੰਪਾਇਰ ਨਾਲ ਕੀ ਕੀਤਾ ਸੀ? ਸਟਾਰਟ ਕੀਤਾ ਸੀ। ਆਪਾਂ ਕਹਿ ਸਕਦੇ ਹਾਂ ਕਿ ਬ੍ਰਿਟਿਸ਼ ਅੰਪਾਇਰ ਦੇ ਅੰਡਰ ਲੈ ਕੇ ਆਏ ਸੀ। ਕਲੀਅਰ। ਤਾਂ ਲਾਰਡ ਵੈਲੇਸਲੀ ਤੋਂ ਇਲਾਵਾ ਜੇ ਕੁਐਸਚਨ ਆ ਜਾਏ ਕਿ ਸਭ ਤੋਂ ਪਹਿਲੀ ਵਾਰ ਸਬਸਿਡਰੀ ਅਲਾਈਅੰਸ ਕਿਹਨਾਂ ਨੇ ਯੂਜ਼ ਕੀਤਾ ਸੀ, ਤਾਂ ਆਪਾਂ ਨੂੰ ਯਾਦ ਹੋਏਗਾ ਫ੍ਰੈਂਚ ਦੇ ਇੱਕ, ਜੇ ਤੁਹਾਨੂੰ ਕੱਲ ਦੇ ਲੈਕਚਰ ਯਾਦ ਹੋਏ, ਡੁਪਲੈਕਸ। ਇਹੀ ਡੁਪਲੈਕਸ ਸੀਗੇ ਜਿਹੜੇ ਫ੍ਰੈਂਚ ਗਵਰਨਰ ਸੀ ਜਿਨ੍ਹਾਂ ਨੇ ਫਸਟ ਐਂਗਲੋ ਫ੍ਰੈਂਚ ਵਾਰ ਦੇ ਵਿੱਚ ਬ੍ਰਿਟਿਸ਼ਰਸ ਨੂੰ ਕੀ ਕੀਤਾ ਸੀ? ਹਰਾਇਆ ਸੀ। ਯਾਦ ਹੈ। ਸੈਕਿੰਡ ਐਂਗਲੋ ਫ੍ਰੈਂਚ ਵਾਰ ਦੇ ਵਿੱਚ ਜਿਹੜੀ ਗੱਲ ਕਰਾਂਗੇ ਇਹਨਾਂ ਨੂੰ ਵਾਪਿਸ ਬੁਲਾ ਲਿੱਤਾ ਜਾਂਦਾ ਹੈ, ਜਿਸ ਦੀ ਵਜ੍ਹਾ ਤੋਂ ਫ੍ਰੈਂਚ ਜਿਹੜੇ ਨੇ ਹਾਰ ਜਾਂਦੇ ਨੇ। ਕਾਰਨੈਟਿਕ ਵਾਰ ਦੀ ਗੱਲ ਕਰਦੇ ਹਾਂ ਆਪਾਂ, ਸੈਕਿੰਡ ਕਾਰਨੈਟਿਕ ਵਾਰ। ਠੀਕ ਹੈ ਜੀ। ਜੇ ਗੱਲ ਕਰੀਏ ਸਬਸਿਡਰੀ ਅਲਾਈਅੰਸ, ਇਹਦੇ ਵਿੱਚ ਕੀ ਹੁੰਦਾ ਹੈ? ਕੁਝ ਨਹੀਂ ਹੁੰਦਾ ਜੀ। ਜਿਹੜਾ ਵੀ ਆਪਾਂ ਗੱਲ ਕਰਾਂਗੇ ਰਾਜਾ ਹੈ ਉਹ ਇਹਨੂੰ ਸਾਈਨ ਕਰੇਗਾ ਤਾਂ ਉਹ ਕਿਤੇ ਨਾ ਕਿਤੇ ਬ੍ਰਿਟਿਸ਼ਰਸ ਦੇ ਅੰਡਰ ਹੀ ਆ ਗਿਆ।
ਉਹ ਬ੍ਰਿਟਿਸ਼ਰ ਦੇ ਅੰਡਰ ਕਿਵੇਂ ਆ ਗਿਆ, ਉਹਨੇ ਇੱਕ ਚੀਜ਼ ਮੰਨ ਲਈ ਕਿ ਮੇਰੀ ਜਿਹੜੀ ਹੈ ਆਰਮੀ ਉਹ ਨਹੀਂ ਹੈਗੀ, ਮੈਨੂੰ ਜਿਹੜੀ ਪ੍ਰੋਟੈਕਸ਼ਨ ਦੇਣੀ ਹੈ ਉਹ ਕਿੰਨੇ ਦੇਣੀ ਹੈ, ਬ੍ਰਿਟਿਸ਼ਰਸ ਨੇ ਦੇਣੀ ਹੈ। ਠੀਕ ਹੈ ਜੀ। ਸਬਸਿਡਰੀ ਅਲਾਈਅੰਸ ਜੇ ਸਿੰਪਲ ਆਪਾਂ ਪੰਜਾਬੀ ਭਾਸ਼ਾ 'ਚ ਗੱਲ ਕਰਾਂਗੇ ਤਾਂ ਜਿਹੜੇ ਅੰਗਰੇਜ਼ ਸੀਗੇ ਇਹ ਆਪਣੀ ਕੀ ਦਿੰਦੇ ਸੀ, ਕਿਰਾਏ ਤੇ ਆਰਮੀ ਦੇ ਦਿੰਦੇ ਸੀ। ਕਿ ਅੱਜ ਤੋਂ ਬਾਅਦ ਜਿਹੜਾ ਸਬਸਿਡਰੀ ਅਲਾਈਅੰਸ ਦੇ ਅੰਡਰ ਆ ਗਿਆ ਉਹਦੀ ਜ਼ਿੰਮੇਵਾਰੀ ਕਿਹਦੀ ਹੈ, ਸਾਡੀ ਹੈ। ਠੀਕ ਹੈ ਜੀ। ਬਸ ਜਿਹੜਾ ਸੁਲਤਾਨ ਹੋਏਗਾ ਇਹਨੂੰ ਕੀ ਦੇਣਾ ਪਏਗਾ, ਇਸ ਆਰਮੀ ਦੀ ਕੁਝ ਫੀਸ ਹੋਏਗੀ ਉਹ ਕੀ ਕਰਨੀ ਪਏਗੀ, ਪੇ ਕਰਨੀ ਪਏਗੀ। ਜੋ ਵੀ ਉਹਦੇ ਖਰਚੇ ਹੋਣਗੇ ਆਰਮੀ ਦੇ ਉਹ ਕੀ ਕਰਨੇ ਪੈਣਗੇ, ਪੇ ਕਰਨੇ ਪੈਣਗੇ ਉਹਦੇ ਖਰਚੇ। ਉਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਬ੍ਰਿਟਿਸ਼ਰਸ ਜਿਹੜੇ ਨੇ ਆਪਣਾ ਕੀ ਕਰਨਗੇ, ਇੱਕ ਪਰਮਾਨੈਂਟ ਰੈਜ਼ੀਡੈਂਟ ਜਿਹੜਾ ਹੋਏਗਾ, ਇੱਕ ਪੱਕਾ ਹੀ ਬੰਦਾ ਜਿਹੜਾ ਹੈ ਉਹ ਉਸ ਰਾਜੇ ਦੇ ਕੋਰਟ ਦੇ ਵਿੱਚ ਰੱਖਣਗੇ। ਠੀਕ ਹੈ ਜੀ। ਉਸ ਦਾ ਕੰਮ ਕੀ ਹੋਏਗਾ, ਕੁਝ ਜ਼ਿਆਦਾ ਕੰਮ ਨਹੀਂ, ਬੋਲਿਆ ਤਾਂ ਇਹੀ ਜਾਂਦਾ ਹੈ ਕਿ ਨੋਟਸ ਦੇ ਵਿੱਚ ਜੇ ਗੱਲ ਕਰੀਏ ਤਾਂ ਬ੍ਰਿਟਿਸ਼ਰ ਜਿਹੜੇ ਨੇ ਜ਼ਿਆਦਾ ਇੰਟਰਫੇਅਰ ਨਹੀਂ ਕਰਨਗੇ, ਪਰ ਆਪਾਂ ਸਭ ਨੂੰ ਪਤਾ ਹੈ ਕਿ ਬ੍ਰਿਟਿਸ਼ਰ ਜਿਹੜੇ ਨੇ ਇੰਟਰਫੇਅਰ ਬਿਲਕੁਲ ਕਰਨਗੇ। ਠੀਕ ਹੈ ਜੀ। ਇੱਕ ਇਹ ਬ੍ਰਿਟਿਸ਼ਰਸ ਦੀ ਆਪਾਂ ਕਹਿ ਸਕਦੇ ਹਾਂ ਕਿ ਸੋਚੀ ਸਮਝੀ ਕੀ ਹੁੰਦੀ ਹੈ, ਪਾਲਿਸੀ ਹੈ, ਜਿਸ ਦੇ ਵਿੱਚ ਆਰਮੀ ਆਪਣੀ ਦੇ ਦਿਓ, ਉਹਨਾਂ ਤੋਂ ਪੈਸੇ ਲਈ ਜਾਓ, ਇੱਕ ਆਪਣਾ ਬੰਦਾ ਜਿਹੜਾ ਉਹ ਸਟੇਸ਼ਨ ਕਰ ਦਿਓ ਉਸ ਰੂਲਰ ਦੇ ਨਾਲ। ਠੀਕ ਹੈ ਜੀ। ਉਹ ਰੂਲਰ ਦੇ ਨਾਲ ਉਹ ਸਟੇਸ਼ਨ ਬੰਦਾ ਕੀ ਕਰੇਗਾ, ਇੰਟਰਫੇਰੈਂਸ ਇੰਨੀ ਕਰੇਗਾ ਕਿ ਉਹ ਜਿਹੜਾ ਆਪਾਂ ਗੱਲ ਕਰੀਏ ਕਿ ਬ੍ਰਿਟਿਸ਼ਰ ਜਿਹੜੇ ਨੇ ਉਸ ਰੂਲ ਦਾ, ਜਿਵੇਂ ਹੈਦਰਾਬਾਦ ਆ ਗਿਆ, ਹੋਰ ਵੀ ਹੋ ਗਿਆ, ਉਹ ਸਟੇਟ ਦਾ ਰੈਵਨਿਊ ਡਿਕਰੀਜ਼ ਕਰਦੇ ਜਾਣਗੇ। ਉਹ ਸਟੇਟ ਦੀ ਜਿਹੜੀ ਆਮਦਨ ਹੈ ਉਹਨੂੰ ਇੰਨਾ ਘਟਾ ਦਿਓ ਕਿ ਐਂਡ ਦੇ ਵਿੱਚ ਉਹ ਰਾਜਾ ਜਿਹੜਾ ਹੈਗਾ ਉਸ ਆਰਮੀ ਨੂੰ ਕੀ ਨਹੀਂ ਕਰ ਸਕੇਗਾ, ਪੇ ਹੀ ਨਹੀਂ ਕਰ ਸਕਦਾ। ਜਦੋਂ ਉਹਨੂੰ ਪੇ ਨਹੀਂ ਕਰੇਗਾ ਤਾਂ ਆਟੋਮੈਟਿਕਲੀ ਬ੍ਰਿਟਿਸ਼ਰ ਕਹਿਣਗੇ ਕਿ ਜੇ ਦੇਖੋ ਜੀ ਤੁਸੀਂ ਇਹਦਾ ਹੁਣ ਕਿਰਾਇਆ ਨਹੀਂ ਦੇ ਸਕਦੇ ਤਾਂ ਅੱਜ ਤੋਂ ਬਾਅਦ ਤੁਸੀਂ ਕੀ ਹੋ, ਸਾਡੇ ਅੰਡਰ ਹੀ ਹੋ। ਠੀਕ ਹੈ ਜੀ। ਇਹ ਚੀਜ਼ ਹੁੰਦੀ ਹੈ ਸਬਸਿਡਰੀ ਅਲਾਈਅੰਸ। ਜੇ ਗੱਲ ਕਰੀਏ ਆਪਾਂ ਕਿਹੜੀ ਕਿਹੜੀ ਸਟੇਟ ਆਏਗੀ ਸਬਸਿਡਰੀ ਅਲਾਈਅੰਸ, ਤਾਂ ਯਾਦ ਰੱਖਿਓ ਸਭ ਤੋਂ ਪਹਿਲਾਂ हैदराबाद, सब तो पहली स्टेट जी सबसिडी अलाइंस जाएगी वो है हैदराबाद। उस तो बाद आप देखते हैं कि देखो जी 4th एंग्लो मैसूर वॉर तो बाद टिप्पू सुल्तान की डेथ तो बाद कौन आएगा इतने, जी गल करिए अवध आ जाएगा, सॉरी मैसूर आ जाएगा। ठीक है जी। उस तो बाद आप देखेंगे जी इतने अवध नहीं आएगा, अवध अगे जाके ना आप देखेंगे ब्रिटिशर जोड़े ने इनू कैप्चर करने ड्यू टू मिस गवर्नेंस। ये आप अगले लैक्चर के बारे ज़्यादा पढ़ेंगे। उस तो बाद देखोगे जी देखो पेशवा आ गए, मराठास दे भोंसले आ गए, सिंधियाज आ गए, होलकर आ गए, इन्होंने सारिया ही साइन करवाया जाएगा। की साइन करवाया जाएगा, सबसिडरी अलाइंस साइन करवाया जाएगा। ठीक है जी। तो मतलब कि ये सारे एरिया जो है किस दे अंडर आ जाएगा, ब्रिटिशर्स के अंडर आ जाएगा। क्लीयर। ठीक है जी। मिलते हैं जी नेक्स्ट क्लास। अगले क्लास आप डिस्कस करेंगे कि किवें हुण मराठास तो बाद ब्रिटिशर जिहड़े ने उपर की तरफ नॉर्थ इंडिया की तरफ सिंध तो बाद पंजाब वाला एरिया कैप्चर करनगे, किवें ब्रिटिशर जिहड़े ने बाकी छोटे छोटे जिहड़े आप कह लेंगे कि रूलर्स ने उन्होंने कैप्चर करनगे ते अफगानिस्तान नाल की पंगे लैणगे। ठीक है जी। तो नैक्सट लैक्चर आप होर डिस्कस करेंगे कि किवें ब्रिटिशर जिहड़े ने अलग अलग पॉलिसीज़ लैके आएणगे ते इंडिया नूं हर तरीके नाल लुट्टण दी कोशिश करनगे। ठीक है जी। मिलते हैं जी फिर नैक्सट लैक्चर। थैंक यू वेरी मच।